ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਨਮਾਨਯੋਗ ਗੁਰੂ ਸਵਾਰਿਓ, ਅੱਜ ਦੀ ਗੁਰਮਤਿ ਕਲਾਸ ਵਿੱਚ ਆਪ ਸਾਰਿਆਂ ਨੂੰ ਜੀ ਆਇਆਂ। ਸ਼ੁੱਕਰਵਾਰ ਅਸੀਂ ਗੁਰਬਾਣੀ ਵਿਆਕਰਨ, ਸ਼ੁੱਧ ਉਚਾਰਨ, ਗੁਰਬਾਣੀ ਸੰਥਿਆ, ਇਹ ਕਲਾਸ ਪਿਛਲੇ ਸਮੇਂ ਤੋਂ ਇਸੇ ਤਰ੍ਹਾਂ ਚੱਲ ਰਹੀ ਹੈ। ਅੱਜ ਕੱਲ੍ਹ ਅਸੀਂ ਭੱਟਾਂ ਦੇ ਸਵਈਏ, ਜਿਨ੍ਹਾਂ ਨੂੰ ਅਸੀਂ ਗੁਰੂ ਪਾਤਸ਼ਾਹ ਜੀ ਨੇ, ਸਤਿਗੁਰੂ ਜੀ ਨੇ ਆਪ ਦਰਜ ਕੀਤੇ, ਭੱਟ ਸਾਹਿਬਾਨ ਵੱਲੋਂ ਉਚਾਰਨ ਕੀਤੇ ਹੋਏ ਸਵਈਏ, ਉਹਨਾਂ ਵਿੱਚੋਂ ਸਵਈਏ ਮਹੱਲੇ ਪਹਿਲੇ ਕੇ ਦੀ ਵਿਚਾਰ ਅਸੀਂ ਕਰ ਚੁੱਕੇ ਹਾਂ। ਸਵਈਏ ਮਹੱਲੇ ਦੂਜੇ ਕੇ ਦੀ ਵਿਚਾਰ ਅਸੀਂ ਅੱਜ ਸ਼ੁਰੂ ਕਰਨੀ ਹੈ। ਇਹ ਭੱਟਾਂ ਦੇ ਸਵਈਏ ਸਰਲੇਖ ਜਿਹੜਾ ਅਸੀਂ ਆਮ ਬੋਲੀ 'ਚ ਬੋਲਦੇ ਹਾਂ, ਔਰ ਸਵਈਏ ਜਦੋਂ ਅਸੀਂ ਪੜ੍ਹਦੇ ਆਏ ਗੁਰੂ ਜੋਤ ਦੀ ਉਸਤਤ ਵਿੱਚ ਅਸਲ 'ਚ ਸਵਈਏ ਸਾਰੇ ਉਚਾਰਨ ਕੀਤੇ ਗਏ ਹਨ। ਜੋਤ ਜਿਸ ਸਰੀਰ ਵਿੱਚ ਵੀ ਗਈ, ਅਸਲ 'ਚ ਇਹ ਸਵਈਏ ਕਿਸੇ ਸਰੀਰ ਦੀ ਉਸਤਤ ਨਹੀਂ ਹਨ, ਇਹ ਸਵਈਏ ਗੁਰੂ ਜੋਤ ਦੀ ਉਸਤਤ ਵਿੱਚ ਉਚਾਰਨ ਕੀਤੇ ਗਏ ਹਨ। ਇਹ ਸੰਥਿਆ ਸਾਨੂੰ ਗਿਆਨੀ ਅੰਮ੍ਰਿਤਪਾਲ ਸਿੰਘ ਜੀ ਲੁਧਿਆਣੇ ਉਹ ਕਰਾ ਰਹੇ ਹਨ। ਸੰਥਿਆ ਸ਼ੁਰੂ ਕਰਨ ਤੋਂ ਪਹਿਲਾਂ ਆਪ ਸਾਰਿਆਂ ਦੀ ਜਾਣਕਾਰੀ ਲਈ ਆਪ ਜੀ ਨੂੰ ਸੂਚਨਾ ਦੇ ਦਿਆਂ ਕਿ ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਦੇ ਚੇਅਰਮੈਨ ਪ੍ਰਿੰਸੀਪਲ ਹਰਭਜਨ ਸਿੰਘ ਜੀ ਅੱਜ ਅਕਾਲ ਚਲਾਣਾ ਕਰ ਗਏ ਹਨ। ਲੰਬੇ ਸਮੇਂ ਤੋਂ ਮਿਸ਼ਨਰੀ ਲਹਿਰ ਦੇ ਨਾਲ ਉਹ ਜੁੜੇ ਹੋਏ ਸਨ। ਉਹਨਾਂ ਦਾ ਅੰਤਮ ਸੰਸਕਾਰ ਅੱਜ ਕਰ ਦਿੱਤਾ ਗਿਆ ਹੈ। ਅਚਾਨਕ ਸਵੇਰੇ ਉਹਨਾਂ ਦੀ ਤਬੀਅਤ ਖਰਾਬ ਹੋਈ ਸੀ, ਹਸਪੀਟਲ ਐਡਮਿਟ ਕਰਾਇਆ ਤੇ ਨਾਲ ਉਹ ਅਕਾਲ ਚਲਾਣਾ ਕਰ ਗਏ। ਇਹਦੇ ਬਾਰੇ ਵਿਚਾਰ ਅਸੀਂ ਸੰਥਿਆ ਤੋਂ ਬਾਅਦ ਕਰਾਂਗੇ। ਉਹਨਾਂ ਦੇ ਜੀਵਨ ਬਾਰੇ ਕੁਝ ਗੱਲਾਂ ਸਾਂਝੀਆਂ ਆਪ ਜੀ ਦੇ ਨਾਲ ਕਰਾਂਗੇ। ਬੇਨਤੀ ਕਰ ਰਿਹਾ ਹਾਂ ਗਿਆਨੀ ਅੰਮ੍ਰਿਤਪਾਲ ਸਿੰਘ ਜੀ ਨੂੰ ਕਿ ਅੱਜ ਦੀ ਇਹ ਸੰਥਿਆ ਸ਼ੁਰੂ ਕੀਤੀ ਜਾਏ। ਗਿਆਨੀ ਅੰਮ੍ਰਿਤਪਾਲ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਮਿਸ਼ਨਰੀ ਕਾਲਜ ਵੱਲੋਂ ਚਲਾਈ ਜਾ ਰਹੀ ਇਸ ਕਲਾਸ ਦੇ ਵਿੱਚ ਸਾਰੇ ਹੀ ਸਤਿਕਾਰਯੋਗ ਗੁਰਮੁਖ ਪਿਆਰੇ, ਸਰਦਾਰ ਹਰਜੀਤ ਸਿੰਘ ਜੀ, ਸਰਦਾਰ ਰਾਜਾ ਸਿੰਘ ਜੀ, ਐਮਪੀਸੀ ਜੀ, ਸਾਰੇ ਹੀ ਜਿੰਨੇ ਵੀ ਗੁਰਮੁਖ ਪਿਆਰੇ ਹਨ ਅਤੇ ਸਾਰੀਆਂ ਸੰਗਤਾਂ ਨੂੰ ਮੇਰੇ ਵੱਲੋਂ ਬਹੁਤ ਹੀ ਪਿਆਰ ਸਹਿਤ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ, ਜਿਨ੍ਹਾਂ ਦੀ ਉਸਤਤ ਦੇ ਵਿੱਚ ਭੱਟਾਂ ਨੇ ਸਵਈਏ ਉਚਾਰੇ ਹਨ, ਇਹਦੇ ਵਿੱਚ ਭੱਟ ਕਲ ਸਹਾਰ ਜੀ ਦੇ 10 ਸਵਈਏ ਨੇ, ਜਿਨ੍ਹਾਂ ਦੇ ਵਿੱਚ ਉਹਨਾਂ ਨੇ ਸਤਿਗੁਰੂ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਦੀ ਸਿਫਤ ਗਾਇਨ ਕੀਤੀ ਹੈ। ਤੇ ਇਹਨਾਂ ਸਵਈਆਂ ਦੀ ਵਿਚਾਰ ਮੈਂ ਆਰੰਭ ਕਰਨ ਜਾ ਰਿਹਾ ਹਾਂ, ਜਿਹਦੇ ਵਿੱਚ ਪਹਿਲਾ ਸਵਈਆ ਹੈ ਜੀ, ਇੱਕ ਓੰਕਾਰ ਸਤਿਗੁਰ ਪ੍ਰਸਾਦ, ਸਵਈਏ ਮਹਿਲੇ ਦੂਜੇ ਕੇ, ਸੋਈ ਪੁਰਖ ਧਨ ਕਰਤਾ, ਕਾਰਨ ਕਰਤਾਰ ਕਰਨ ਸਮਰਥੋ, ਸਤਿਗੁਰੂ ਧਨ ਨਾਨਕ ਮਸਤਕ ਤੁਮ ਧਰਿਓ ਜਿਨ ਹੱਥੋ, ਤਾਂ ਧਰਿਓ ਮਸਤਕ ਹੱਥ ਸਹਿਜ ਅਮਿਓ ਬੁੱਠੋ ਛੱਜ, ਸੁਰ ਨਰ ਗਣ ਮੁਨ ਬੋਹੇ ਅਗਾਜ, ਮਾਰਿਓ ਕੰਟਕ ਕਾਲ ਗਰਜ, ਧਾਵਤ ਲਿਓ ਬਰਜ, ਪੰਜ ਭੂਤ ਏਕ ਕਰ ਰਾਖ ਲੈ ਸਮਝ, ਜਗ ਜੀਤੋ ਗੁਰਦੁਆਰ ਖੇਲੈ ਸਮਤ ਸਾਰ, ਰਥ ਉਨ ਮਨ ਲਿਵ ਰਾਖ ਨਿਰੰਕਾਰ, ਕੋ ਕੀਰਤ ਕਲ ਸਹਾਰ, ਸਪਤ ਦੀਪ ਮਝਾਰ, ਲਹਿਣਾ ਜਗਤ ਗੁਰੂ ਪਰਸ ਮੁਰਾਰ। ਸੰਖੇਪ ਦੇ ਵਿੱਚ ਮੰਗਲਾਚਰਨ ਹੈ, ਇੱਕ ਓੰਕਾਰ ਸਤ ਗੁਰ ਪ੍ਰਸਾਦ, ਭਾਵ ਅਕਾਲ ਪੁਰਖ ਇੱਕ ਹੈ, ਇੱਕ ਰਸ ਭਰਪੂਰ ਹੈ, ਉਹ ਸਦੀਵ ਸੱਚਾ ਹੈ ਤੇ ਗੁਰੂ ਜੀ ਦੀ ਮਹਿਰਾਮਤ ਦੇ ਸਦਕਾ ਪ੍ਰਾਪਤ ਹੁੰਦਾ ਹੈ। ਇਸ ਤੋਂ ਅੱਗੇ ਹੈ ਜੀ ਸਵਈਏ ਮਹਿਲੇ ਦੂਜੇ ਕੇ, ਅੱਗੇ ਦੋ ਪਾਇਆ ਹੋਇਆ। ਦੋ ਪਾਉਣ ਦਾ ਮਤਲਬ ਵੀ ਇਹਨੂੰ ਕੋਈ ਦੋ ਨਾ ਪੜੇ ਜਾਂ ਦੂਜਾ ਨਾ ਪੜੇ, ਇਹਨੂੰ ਪੜਨਾ ਹੈਗਾ ਦੂਜੇ ਕੇ। ਇਸ ਕਰਕੇ ਲਿਖਤੀ ਰੂਪ ਵਿੱਚ ਨਾਲ ਦੂਜੇ ਕੇ ਸ਼ਬਦ ਦੇ ਦਿੱਤਾ, ਸਵਈਏ ਮਹਿਲੇ ਦੂਜੇ ਕੇ, ਭਾਵ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਦੀ
ਸਿਫਤ ਦੇ ਵਿੱਚ ਉਚਾਰਨ ਕੀਤੇ ਹੋਏ ਸਵਈਏ, ਜਿਹਦੇ ਵਿੱਚ ਪਹਿਲਾ ਸਵਈਆ ਹੈ ਜੀ ਸਤਿਗੁਰੂ ਪਾਤਸ਼ਾਹ ਜੀ ਦੀ ਸਿਫਤ ਦੇ ਵਿੱਚ, ਸੋਈ ਪੁਰਖ ਧਨ ਕਰਤਾ ਕਾਰਨ ਕਰਤਾਰ ਕਰਨ ਸਮਰਥੋ। ਸਭ ਤੋਂ ਪਹਿਲਾਂ ਪ੍ਰਭੂ ਦੀ ਸਿਫਤ ਸਲਾਹ ਤੋਂ ਇਹ ਸਵਈਆ ਆਰੰਭ ਕੀਤਾ ਗਿਆ। ਸੋਈ ਪੁਰਖ ਦੇ ਖੱਖੇ ਨੂੰ ਔਂਕੜ ਹੈ, ਭਾਵ ਜਿਹੜਾ ਕਣ ਕਣ ਵਿੱਚ ਵਿਆਪਕ ਪ੍ਰਭੂ ਹੈ। ਇੱਕ ਵਚਨ ਪਲਿੰਗ ਨਾ ਹੋਣ ਕਰਕੇ ਪੁਰਖ ਦੇ ਖੱਖੇ ਨੂੰ ਔਂਕੜ ਆ ਗਈ ਤੇ ਉਹਦਾ ਵਿਸ਼ੇਸ਼ਣ ਧਨ ਵੀ ਔਂਕੜ ਸਹਿਤ ਆ ਗਿਆ। ਉਹ ਜਿਹੜਾ ਪੁਰਖ ਹੈ, ਜਿਹੜਾ ਕਣ ਕਣ ਵਿੱਚ ਵਿਆਪ ਰਿਹਾ ਹੈ, ਧਨਤਾ ਦੇ ਯੋਗ ਹੈ। ਕਰਤਾ ਮੈਨੇ ਸਾਰੀ ਸ੍ਰਿਸ਼ਟੀ ਨੂੰ ਬਣਾਉਣ ਵਾਲਾ, ਕਾਰਨ ਕਰਤਾਰ ਕਰਨ ਸਮਰਥੋ। ਉਹ ਕਰਤਾਰ ਜਿਹੜਾ ਕਾਰਨ ਕਰਨ ਹੈ, ਕਾਰਨ ਮੈਨੇ ਸ੍ਰਿਸ਼ਟੀ ਦਾ, ਕਾਰਨ ਮੈਨੇ ਕਾਰਨ, ਕਰਨ ਮੈਨੇ ਸ੍ਰਿਸ਼ਟੀ ਦਾ। ਜਿਹੜਾ ਸ੍ਰਿਸ਼ਟੀ ਦਾ ਕਾਰਨ ਹੈ, ਸ੍ਰਿਸ਼ਟੀ ਦਾ ਪੈਦਾ ਕਰਨ ਵਾਲਾ ਸਿਰਜਣਹਾਰ ਹੈ, ਉਹ ਕਰਤਾਰ ਸਮਰਥੋ ਜਿਹੜੀਆਂ ਸਾਰੀਆਂ ਤਾਕਤਾਂ ਦਾ ਮਾਲਕ ਹੈ, ਸਮਰੱਥ ਹੈ। ਭਾਵ ਧਨ ਹੈ ਉਹ ਕਰਤਾਰ ਪ੍ਰਭੂ ਜਿਹੜਾ ਕਣ ਕਣ ਵਿੱਚ ਵਿਆਪਕ ਹੈ, ਸ੍ਰਿਸ਼ਟੀ ਦਾ ਕਾਰਨ ਮੈਨੇ ਮੂਲ ਕਾਰਨ ਹੈ, ਸਭ ਨੂੰ ਸਿਰਜਣ ਵਾਲਾ ਤੇ ਸਮਰੱਥ ਹੈ। ਇਸ ਤੋਂ ਅੱਗੇ ਉਹਨਾਂ ਨੇ ਗੁਰੂ ਨਾਨਕ ਸਾਹਿਬ ਜੀ ਦੀ ਸਿਫਤ ਕੀਤੀ, ਸਤਿਗੁਰ ਧੰਨ ਨਾਨਕ ਮਸਤਕ ਤੁਮ ਧਰਿਓ ਜਿਨ ਹੱਥੋ। ਸਤਿਗੁਰੂ ਧੰਨ ਨਾਨਕ, ਨਾਨਕ ਦੇ ਕੱਕੇ ਨੂੰ ਔਂਕੜ ਹੈਗੀ ਹੈ। ਇਹਦਾ ਮਤਲਬ ਇੱਥੇ ਗੁਰੂ ਨਾਨਕ ਸਾਹਿਬ ਜੀ ਦਾ ਜ਼ਿਕਰ ਚੱਲ ਰਿਹਾ ਹੈਗਾ ਤੇ ਉਸ ਗੁਰੂ ਨਾਨਕ ਪਾਤਸ਼ਾਹ ਜੀ ਦੀ ਖੂਬੀ ਕੀ ਹੈ, ਸਿਫਤ ਕੀ ਹੈ? ਉਹ ਹਨ ਧੰਨ। ਇਸ ਕਰਕੇ ਧੰਨ ਦੇ ਵੀ ਨੰਨੇ ਨੂੰ ਵਿਸ਼ੇਸ਼ਣ ਨੂੰ ਔਂਕੜ ਆ ਗਈ। ਸਤਿਗੁਰੂ ਗੁਰੂ ਨਾਨਕ ਸਾਹਿਬ ਧੰਤਾ ਯੋਗ ਹਨ। ਮਸਤਕ ਤੁਮ, ਉਹ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜਿਹੜੇ ਧੰਤਾ ਯੋਗ ਨੇ, ਉਹਨਾਂ ਨੇ ਤੁਹਾਡੇ ਮੱਥੇ ਉੱਤੇ, ਮਸਤਕ ਦੇ ਕੱਕੇ ਨੂੰ ਸਿਆਰੀ ਮੈਨੇ ਮੱਥੇ ਉੱਤੇ, ਤੁਮ ਧਰਿਓ ਜਿਨ ਹੱਥੋਂ, ਜਿਸ ਗੁਰੂ ਨਾਨਕ ਸਾਹਿਬ ਜੀ ਨੇ, हे ਗੁਰੂ ਅੰਗਦ ਦੇ ਪਾਤਸ਼ਾਹ, ਤੁਹਾਡੇ ਮੱਥੇ ਤੇ ਆਪਣਾ ਹੱਥ ਧਰਿਆ ਹੈ। ਭਾਵ ਉਹ ਗੁਰੂ ਅੰਗਦ ਦੇ ਪਾਤਸ਼ਾਹ ਜਿਨ੍ਹਾਂ ਦੇ ਮੱਥੇ ਤੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਆਪਣਾ ਹੱਥ ਧਰਿਆ ਹੈ, ਉਸ ਗੁਰੂ ਅੰਗਦ ਦੇ ਪਾਤਸ਼ਾਹ ਜੀ ਦਾ ਇੱਥੇ ਜ਼ਿਕਰ ਕੀਤਾ ਜਾ ਰਿਹਾ ਹੈਗਾ। ਹਾਂਜੀ, ਇਸ ਤੋਂ ਅੱਗੇ ਔਰ ਇਹਦੇ ਬਾਰੇ ਜਿਹੜਾ ਹੈ ਸੱਤਾ ਤੇ ਬਲਵੰਡ ਜੀ ਦੀ ਵਾਰ ਦੇ ਵਿੱਚ ਵੀ ਜ਼ਿਕਰ ਆਉਂਦਾ ਵੀ ਗੁਰੂ ਨਾਨਕ ਪਾਤਸ਼ਾਹ ਨੇ ਜਦੋਂ ਹੱਥ ਧਰਿਆ, ਉਦੋਂ ਉਹਨਾਂ ਨੇ ਅੰਦਰ ਦੇ ਸਾਰੇ ਵਿਕਾਰ, ਅੰਦਰ ਦੀਆਂ ਸਾਰੀਆਂ ਬੁਰਾਈਆਂ ਕੱਟ ਦਿੱਤੀਆਂ। ਭਾਵ ਇੱਕ ਗਿਆਨ ਦੇ ਖੜਗ ਦੇ ਨਾਲ ਗੁਰੂ ਨਾਨਕ ਪਾਤਸ਼ਾਹ ਜੀ ਨੇ ਭਾਈ ਲਹਿਣੇ ਦੇ ਅੰਦਰ ਦੇ ਸਾਰੇ ਵਿਕਾਰ ਖਤਮ ਕਰਕੇ ਅੰਦਰ ਨੂੰ ਸਵੱਛ ਕਰ ਦਿੱਤਾ, ਜਿਹਨੂੰ ਅਸੀਂ ਭੱਟਾਂ ਦੇ ਸਵਈਆਂ 'ਚ ਪੜ੍ਹਦੇ ਹਾਂ, ਨਾਉ ਕਰਤਾ ਕਾਦਰ ਕਰੇ ਕਿਉਂ ਬੋਲ ਹੋਵੇ ਜੋ ਖੀਵਦਾ। ਉਹਦੇ ਵਿੱਚ ਆਉਂਦਾ ਹੈ, ਲਹਿਣੇ ਧਰਿਓ ਛੱਤ ਸਿਰ ਕਰ ਸਿਫਤ ਅੰਮ੍ਰਿਤ ਪੀਵਦਾ, ਮਤ ਗੁਰ ਆਤਮ ਦੇਵ ਦੀ ਖੜਗ ਜ਼ੋਰ ਪ੍ਰਾਕੋਏ ਜੀਦ ਹੈ। ਗੁਰੂ ਨੇ ਆਪਣੀ ਮਤ ਦੇ ਕੇ ਖੜਗ ਦੇ ਜ਼ੋਰ ਦੇ ਨਾਲ ਇੱਕ ਜੀਵਨ ਦਿੱਤਾ, ਵਿਕਾਰਾਂ ਨੂੰ ਖਤਮ ਕਰਕੇ ਇੱਕ ਨਵਾਂ ਜੀਵਨ ਦਿੱਤਾ। ਤੇ ਗੁਰੂ ਨਾਨਕ ਪਾਤਸ਼ਾਹ ਨੇ ਮੱਥੇ ਤੇ ਹੱਥ ਰੱਖਿਆ। ਇੱਥੇ ਮੱਥੇ ਤੇ ਹੱਥ ਰੱਖਣ ਦਾ ਮਤਲਬ ਹੈ, ਮੱਥੇ ਵਿੱਚ ਹੁੰਦੀ ਹੈ ਮਤ। ਆਓ ਮਤ ਵਿੱਚ ਗੁਰੂ ਨਾਨਕ ਨੇ ਸ਼ਬਦ ਵਸਾ ਦਿੱਤਾ ਤੇ ਜਦੋਂ ਮਤ ਵਿੱਚ ਗੁਰੂ ਦਾ ਗਿਆਨ ਆ ਕੇ ਵਸਦਾ ਹੈ ਤੇ ਉਦੋਂ ਕੀ ਹੁੰਦਾ ਹੈ? ਕਰ ਹੁਕਮ ਮਸਤਕ ਹੱਥ ਧਰ, ਵਿੱਚੋਂ ਮਾਰ ਕੱਢੀਆਂ ਬੁਰਾਈਆਂ, ਬੁਰਾਈਆਂ ਸਾਰੀਆਂ ਖਤਮ ਹੋ ਜਾਂਦੀਆਂ ਨੇ। ਇਸ ਕਰਕੇ हे ਗੁਰੂ ਅੰਗਦ ਦੇ ਪਾਤਸ਼ਾਹ ਜੀਓ, ਤੁਹਾਡੇ ਮਸਤਕ ਦੇ ਉੱਪਰ ਜਿਨ੍ਹਾਂ ਗੁਰੂ ਨਾਨਕ ਪਾਤਸ਼ਾਹ, ਜਿਸ ਗੁਰੂ ਨਾਨਕ ਸਾਹਿਬ ਜੀ ਨੇ ਹੱਥ ਰੱਖਿਆ ਹੈ। ਇੱਥੇ ਜਿਨ ਦੇ ਨੰਨੇ ਨੂੰ ਸਿਆਰੀ ਇੱਕ ਵਚਨ ਅਰਥ ਬਣੇਗਾ, ਜਿਸ ਨੇ, ਭਾਵ ਜਿਸ ਗੁਰੂ ਨਾਨਕ ਸਾਹਿਬ ਨੇ ਤੁਹਾਡੇ ਮਸਤਕ ਤੇ ਹੱਥ ਰੱਖਿਆ ਹੈ। ਤਾਂ ਧਰਿਓ ਮਸਤਕ ਹੱਥ ਸਹਿਜ ਅਮਿਓ ਉਠੋ ਛੱਜ, ਸੁਰ ਨਰ ਗਣ ਮੁਨ ਬੋਹੇ ਅਗਾ। ਤਾਂ ਧਰਿਓ ਮਸਤਕ ਹੱਥ, ਤਦੋਂ ਸਹਿਜ ਹੀ ਗੁਰੂ ਨਾਨਕ ਪਾਤਸ਼ਾਹ ਨੇ ਤੁਹਾਡੇ ਮੱਥੇ ਤੇ ਹੱਥ ਧਰਿਆ। ਮਸਤਕ ਦੇ ਫਿਰ ਕੱਕੇ ਨੂੰ ਸਿਆਰੀ ਆ ਗਈ, ਭਾਵ ਮੱਥੇ ਉੱਤੇ ਹੱਥ ਇੱਕ ਵਚਨ ਪਲਿੰਗ ਨਾ ਹੋਣ ਕਰਕੇ, ਇੱਕ ਹੱਥ ਹੋਣ ਕਰਕੇ ਹੱਥੇ ਨੂੰ ਔਂਕੜ ਸਹਿਤ ਆ ਗਿਆ। ਸਹਿਜ ਦੇ ਜੱਜੇ ਨੂੰ ਸਿਆਰੀ ਆ ਗਈ, ਭਾਵ ਸਹਿਜ ਵਿੱਚ, ਸਹਿਜੇ ਹੀ, ਸੁਭਾਵਕ ਹੀ। ਅਮਿਓ ਉਠੋ ਛੱਜ, ਅਮਿਓ ਭਾਵ ਅੰਮ੍ਰਿਤ, ਉਠੋ ਮੈਨੇ ਵਸ ਗਿਆ, ਛੱਜ ਜੱਜੇ ਨੂੰ ਸਿਆਰੀ ਆ ਗਈ। ਛੱਜ ਰਾਹੀਂ, ਛੱਜ ਲਾ ਕੇ, ਸ਼ਹਿਬਰ ਲਾ ਕੇ, ਭਾਵ ਸ਼ਹਿਬਰ ਲਾ ਕੇ ਉਹ ਅੰਮ੍ਰਿਤ ਵਸ ਉੱਠਿਆ, ਵਸ ਗਿਆ। ਉਹਦੇ ਨਾਲ ਕੀ ਹੋਇਆ? ਸੁਰ ਨਰ ਗਣ ਮੁਨ ਬੋਹੇ ਆਕਾਸ਼, ਜਿੰਨੇ ਵੀ ਦੈਵੀ ਗੁਣਾ ਵਾਲੇ ਮਨੁੱਖ, ਗਣ, ਮੁਨੀ ਆਦਿਕ ਸਨ। ਇੱਥੇ ਸੁਰ ਤੇ ਮੁਨ ਜਿਹੜੇ ਨੇ, ਇਹ ਆਪਣੀ ਮੌਲਕ ਸਿਆਰੀ ਨਾਲ ਲੈ ਕੇ ਆਏ ਨੇ।
ਤੇ ਨਰ ਬਹੁਵਚਨ ਹੈਗਾ, ਰਾਜਾ ਤਾਂ ਮੁਕਤਾ ਆ ਗਿਆ, ਗਣ ਵੀ ਬਹੁਵਚਨ ਹੈ ਤਾਂ ਵੀ ਰਾਣਾ ਮੁਕਤਾ ਆ ਗਿਆ। ਬੋਹੇ ਆਗਾਜ, ਆਗਾਜ ਮੈਨੇ ਪ੍ਰਤੱਖ ਤੌਰ ਤੇ, ਬੋਹੇ ਮੈਨੇ ਭਿੱਜ ਗਏ, ਸੁਗੰਧਿਤ ਹੋ ਗਏ। ਭਾਵ ਤਦੋਂ ਸਹਿਜੇ ਹੀ ਗੁਰੂ ਨਾਨਕ ਪਾਤਸ਼ਾਹ ਨੇ ਜਦੋਂ ਮੱਥੇ ਤੇ ਹੱਥ ਰੱਖਿਆ ਤੇ ਨਾਮ ਅੰਮ੍ਰਿਤ ਹਿਰਦੇ ਵਿੱਚ ਵਸ ਪਿਆ, ਤੇ ਇਹਦੀ ਬਰਕਤ ਨਾਲ ਕੀ ਹੋਇਆ, ਦੇਵਤੇ, ਮਨੁੱਖ, ਗਣ, ਰਿਸ਼ੀ ਮੁਨੀ ਪ੍ਰਤੱਖ ਤੌਰ ਤੇ, ਜ਼ਾਹਰਾ ਤੌਰ ਤੇ ਭਿੱਜ ਗਏ। ਇੱਥੇ ਭੱਟ ਸਾਹਿਬਾਨ ਜਿਹੜੇ ਨੇ ਉਹ ਆਪਣੀਆਂ ਮਾਨਤਾਵਾਂ ਨਾਲ ਲੈ ਕੇ ਸਤਿਗੁਰੂ ਜੀ ਦੀ ਸਿਫਤ ਕਰ ਰਹੇ ਨੇ। ਭਾਵ ਜਦੋਂ ਗੁਰੂ ਵਰਖਾ ਕਰਦਾ ਹੈ, ਉਹ ਇਹ ਨਹੀਂ ਦੇਖਦਾ ਨੀਚ ਹੈ ਕਿ ਊਚ ਹੈ, ਦੈਵੀ ਬਿਰਤੀ ਵਾਲਾ ਹੈ ਜਾਂ ਦੈਂਤ ਬਿਰਤੀ ਵਾਲਾ ਹੈ, ਜਾਂ ਮਨੁੱਖ ਹੈ ਜਾਂ ਰਿਸ਼ੀ ਮੁਨੀ ਹੈ, ਜੋਗੀ ਧਰਮੀ ਹੈ। ਗੁਰੂ ਦੀ ਵਰਖਾ ਸਾਰਿਆਂ ਤੇ ਇੱਕ ਸਮਾਨ ਹੁੰਦੀ ਹੈ। ਇਸ ਕਰਕੇ ਉਹਨਾਂ ਨੇ ਸਾਰੇ ਹੀ ਨਾਮ ਵਰਤ ਲਏ, ਭਾਵੇਂ ਸੁਰ ਹੈ, ਭਾਵੇਂ ਨਰ ਹੈ, ਭਾਵੇਂ ਗਣ ਹੈ, ਭਾਵੇਂ ਮੁਨ ਹੈ। ਬੋਹੇ ਆਗਾਜ, ਸਾਰੇ ਹੀ ਜਿਹੜੇ ਨੇ ਇਸ ਅੰਮ੍ਰਿਤ ਵਿੱਚ ਭਿੱਜ ਗਏ। ਮਾਰਿਓ ਕੰਟਕ ਕਾਲ ਗਰਜ, ਧਾਵਤ ਲਿਓ ਬਰਜ, ਪੰਚ ਭੂਤ ਏਕ ਕਰ ਰਾਖ ਲੈ ਸਮਝ। ਮਾਰਿਓ ਕੰਟਕ ਕਾਲ ਗਰਜ, ਗਰਜ ਜਜਨ ਸਿਆਰੀ ਹੈ, ਭਾਵ ਗਰਜ ਕੇ, ਜੋਸ਼ ਦਿਖਾ ਕੇ, ਬਲ ਦਿਖਾ ਕੇ। ਮਾਰਿਓ ਮੈਨੇ ਮਾਰ ਦਿੱਤਾ, ਕਿਹਨੂੰ ਮਾਰਿਆ? ਕੰਟਕ ਕਾਲ। ਕਾਲ ਦਾ ਇੱਥੇ ਅਰਥ ਹੈ ਮੌਤ, ਆਤਮਕ ਮੌਤ ਜਿਹੜੀ ਹੈ, ਤੇ ਕੰਟਕ ਉਹਦਾ ਵਿਸ਼ੇਸ਼ਣ ਹੈਗਾ ਵੈ। ਕੰਟਕ ਕਾਲ ਮੈਨੇ ਦੁਖਦਾਈ ਕਾਲ। ਉਹ ਆਤਮਕ ਮੌਤ ਜਿਹੜੀ ਦੁਖਦਾਈ ਹੈਗੀ ਹੈ, ਗੁਰੂ ਨੇ ਆਪਣਾ ਬਲ ਦਿਖਾ ਕੇ ਉਸ ਆਤਮਕ ਮੌਤ ਦਾ ਨਾਸ਼ ਕਰ ਦਿੱਤਾ। ਉਸ ਤੋਂ ਬਾਅਦ ਕੀ ਕੀਤਾ? ਧਾਵਤ ਲਿਓ ਬਰਜ, ਧਾਵਤ ਮੈਨੇ ਭਟਕਦਾ ਹੋਇਆ, ਲਿਓ ਬਰਜ ਮੈਨੇ ਰੋਕ ਲਿਆ। ਜਿਹੜਾ ਮਨ ਭਟਕਦਾ ਸੀ, ਮਨ ਨੂੰ ਭਟਕਣ ਤੋਂ ਰੋਕ ਲਿਆ। ਪੰਚ ਭੂਤ ਏਕ ਘਰ ਰਾਖ ਲੈ ਸਮਝ। ਇੱਥੇ ਪੰਚ ਭੂਤ ਦਾ ਮਤਲਬ ਹੈ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਆਦਿਕ। ਆ ਜਿਹੜੇ ਪੰਜ ਵਿਕਾਰ ਨੇ, ਏਕ ਘਰ, ਏਕ ਘਰ ਮੈਨੇ ਇੱਕ ਘਰ ਵਿੱਚ, ਇੱਕ ਥਾਂ ਤੇ, ਰਾਖ ਲੈ ਮੈਨੇ ਰੱਖ ਲਏ, ਸਮਝ ਮੈਨੇ ਸਮੇਟ ਕੇ। ਭਾਵ ਪੰਜਾਂ ਕਾਮਕ ਆਦਿਕ ਵਿਕਾਰਾਂ ਨੂੰ, ਪੰਜਾਂ ਨੂੰ ਇਕੱਠਾ ਕਰਕੇ ਕਾਬੂ ਚ ਕਰ ਲਿਆ। ਪੰਜਾਂ ਨੂੰ ਕਾਬੂ ਚ ਕਰ ਲਿਆ, ਸਮਝ ਮੈਨੇ ਸਮੇਟ ਲਿਆ, ਇਕੱਠੇ ਕਰ ਲਿਆ, ਕਾਬੂ ਚ ਕਰ ਲਿਆ। ਪੰਜ ਭੂਤ ਏਕ ਘਰ ਰਾਖ ਲਈ ਸਮਝ। ਇਹਦਾ ਮਤਲਬ ਜਿਹੜੇ ਪੰਜ ਵਿਕਾਰ ਹੈਗੇ ਨੇ, ਇਹਨਾਂ ਨੂੰ ਮਾਰਨਾ ਨਹੀਂ ਹੈਗਾ, ਪੰਜਾਂ ਵਿਕਾਰਾਂ ਨੂੰ ਕਾਬੂ ਚ ਕਰਨਾ ਹੈਗਾ। ਕਿਉਂਕਿ ਪੰਜ ਵਿਕਾਰ ਪੰਜ ਗੁਣ ਹੈਗੇ ਨੇ, ਜਿਨ੍ਹਾਂ ਦੀ ਵਰਤੋਂ ਸਹੀ ਜੇ ਹੋ ਜਾਏ ਤੇ ਇਹ ਕਾਬੂ ਚ ਆ ਕੇ ਬੜਾ ਸੁੱਖ ਦਿੰਦੇ ਨੇ। ਕਾਮ ਜਿਹੜਾ ਹੈ ਉਹ ਗ੍ਰਸਥ ਦੇ ਵਿੱਚ ਕੰਮ ਆਉਂਦਾ ਹੈ, ਸੰਸਾਰ ਦੀ ਉਤਪਤੀ ਤੇ ਵਿਕਾਸ ਦੇ ਵਿੱਚ ਸਹਿਯੋਗ ਦਿੰਦਾ ਹੈ। ਕ੍ਰੋਧ ਜਿਹੜਾ ਹੈ ਉਹ ਬੀ ਰਸ ਬਣ ਜਾਂਦਾ ਹੈ, ਭਾਵ ਜਦੋਂ ਕਿਸੇ ਮਜ਼ਲੂਮ ਦੇ ਉੱਪਰ ਜਾਂ ਆਪਣੇ ਉੱਪਰ ਕੋਈ ਜ਼ੁਲਮ ਕਰੇ ਤੇ ਜ਼ਾਲਮ ਦੇ ਖਿਲਾਫ ਡਟਣ ਵਾਸਤੇ ਉਹੀ ਕ੍ਰੋਧ ਜਿਹੜਾ ਹੈ ਬੀ ਰਸ ਦੇ ਵਿੱਚ ਕਨਵਰਟ ਹੋ ਜਾਂਦਾ ਹੈ, ਭਾਵ ਉਹ ਵੀ ਜ਼ਰੂਰੀ ਹੈ। ਲੋਭ ਜਿਹੜਾ ਹੈ ਪਦਾਰਥਾਂ ਵੱਲੋਂ ਲੋਭ ਹਟ ਕੇ, ਉਹ ਲੋਭ ਜਿਹੜਾ ਹੈ ਪ੍ਰਭੂ ਦੇ ਪਿਆਰ ਦੇ ਵਿੱਚ ਲੱਗ ਜਾਂਦਾ ਹੈ। ਹਰ ਚਰਨ ਕਮਲ ਮਕਰੰਦ ਲੋਭਿਤ ਮਨੋ, ਉੱਥੇ ਲੋਭਿਤ ਮਨੋ ਮੈਨੇ ਮਨ ਲੋਭੀ ਹੋ ਗਿਆ, ਪਰ ਹੁਣ ਮਾਇਆ ਦਾ ਲੋਭੀ ਨਹੀਂ, ਕਾਰ ਕੋਠੀ ਦਾ ਲੋਭੀ ਨਹੀਂ, ਉਹ ਲੋਭ ਬਦਲ ਗਿਆ, ਪ੍ਰਭੂ ਦੇ ਚਰਨਾਂ ਕਮਲਾਂ ਦਾ ਲੋਭ ਪੈਦਾ ਹੋ ਗਿਆ ਮਨ ਵਿੱਚ। ਹਰ ਚਰਨ ਕਮਲ ਮਕਰੰਦ ਲੋਭਿਤ ਮਨੋ, ਅਨ ਦਿਨੋਂ ਮੋਹਿ ਆਹੀ ਪਿਆਸਾ। ਹੁਣ ਦਿਨ ਰਾਤ ਇੱਕੋ ਲਾਲਚ ਹੈ, ਇੱਕੋ ਪਿਆਸ ਹੈ ਕਿ ਪ੍ਰਭੂ ਦੇ ਚਰਨ ਮਿਲ ਜਾਣ। ਭਾਵ ਉਹ ਜਿਹੜਾ ਲੋਭ ਹੈਗਾ, ਉਹ ਲੋਭ ਪਰਤ ਕੇ ਚਾਹਨਾ ਦੇ ਵਿੱਚ ਰੱਬੀ ਪਿਆਰ ਚ ਬਦਲ ਜਾਂਦਾ ਹੈ, ਰੱਬੀ ਚਾਹਨਾ ਦੇ ਵਿੱਚ ਬਦਲ ਜਾਂਦਾ ਹੈ। ਮੋਹ ਜਿਹੜਾ ਹੈ, ਮੋਹ ਦਾ ਗੁਣ ਮਮਤਾ ਦੇ ਵਿੱਚ ਬਦਲ ਜਾਂਦਾ ਹੈ। ਮੋਹ ਨਾ ਹੋਵੇ ਤੇ ਦੁਨੀਆ ਚੱਲ ਹੀ ਨਾ ਸਕੇ। ਮਾਂ ਬੱਚੇ ਨੂੰ ਜਨਮ ਦੇ ਕੇ ਉਹਦੀ ਸੰਭਾਲ ਹੀ ਨਾ ਕਰੇ, ਪਸ਼ੂ ਪੰਛੀ ਬੱਚੇ ਨੂੰ ਜਨਮ ਦੇ ਦੇਣ, ਮੁੜ ਕੇ ਸੰਭਾਲ ਹੀ ਨਾ ਕਰਨ, ਅੰਡਿਆਂ ਚੋਂ ਪੰਛੀ ਨਿਕਲਣ, ਜਿਹੜੇ ਪੰਛੀ ਨੇ ਆਪਣੇ ਬੋਟਾਂ ਦੇ ਮੂੰਹ ਚ ਚੋਗਾ ਪਾਣੀ ਨਾ ਤੇ ਵੈਸੇ ਹੀ ਮਰ ਜਾਣ। ਇੱਕ ਮੋਹ ਦਾ ਗੁਣ, ਮਮਤਾ ਦਾ ਗੁਣ ਪ੍ਰਭੂ ਨੇ ਹਰ ਜੀਵ ਦੇ ਵਿੱਚ ਪਾ ਦਿੱਤਾ, ਜਿਹਦੇ ਕਰਕੇ ਹਰ ਕੋਈ ਆਪਣੇ ਬੱਚਿਆਂ ਨੂੰ ਬਚਾਉਣ ਦੀ ਖਾਤਰ ਆਪਣੇ ਤੋਂ ਵੱਡੀ ਤਾਕਤ ਵਾਲਿਆਂ ਨਾਲ ਵੀ ਲੜ ਜਾਂਦਾ ਵੈ। ਮੋਹ ਨਾ ਹੋਵੇ ਤੇ ਦੁਨੀਆ ਵਿੱਚ ਬੱਚੇ ਕਦੀ ਨਾ ਪਲ ਸਕਣ। ਮੋਹ ਦਾ ਗੁਣ ਮਮਤਾ ਦੇ ਵਿੱਚ ਬਦਲ ਜਾਂਦਾ ਹੈ। ਇਸੇ ਤਰ੍ਹਾਂ ਹੰਕਾਰ, ਇਹਨੂੰ ਵੀ ਮਾਰਨਾ ਨਹੀਂ ਹੈ। ਹੰਕਾਰ ਨੂੰ ਸਵੈ ਮਾਣ ਵਿੱਚ ਬਦਲ ਲੈਣਾ ਹੈ, ਸੈਲਫ ਸਟੀਮ ਦੇ ਵਿੱਚ ਬਦਲ ਲੈਣਾ ਹੈ, ਕਿਉਂਕਿ ਸਵੈ ਮਾਣ ਬਹੁਤ ਜ਼ਰੂਰੀ ਹੈਗਾ। ਮਾਣ ਦੀ ਬੜੀ ਲੋੜ ਹੈਗੀ ਹੈ, ਸਵੈ ਮਾਣ ਦੀ। ਤੇ ਇਸ ਕਰਕੇ ਇਹ ਜਿਹੜਾ ਸਵੈ ਮਾਣ ਹੈ, ਹੰਕਾਰ ਤੇ ਸਵੈ ਮਾਣ ਚ ਫਰਕ ਹੁੰਦਾ ਹੈ, ਜਰਾ ਕੁ ਜਿੰਨਾ ਮਾਮੂਲੀ ਫਰਕ ਹੈ। ਮੈਂ ਸੁੰਦਰ ਹਾਂ, ਮੈਨੂੰ ਮਾਣ ਹੈ। ਹੰਕਾਰ ਕਦੋਂ ਸ਼ੁਰੂ ਹੁੰਦਾ ਹੈ? ਜਦੋਂ ਮੈਂ ਇਹ ਗੱਲ ਕਹਿਣਾ ਮੈਂ ਹੀ ਸੁੰਦਰ ਹਾਂ, ਉੱਥੇ ਹੰਕਾਰ ਸ਼ੁਰੂ ਹੋ ਗਿਆ। ਮੈਂ ਸਿਆਣਾ ਹਾਂ, ਮਾਣ ਹੈ ਮੈਨੂੰ।
पर मैं ही सियाणा हाँ, ये मेरा हंकार है। जिथे आ जाता मैं ही ये कुछ हाँ, उत्थे हंकार। पर माण जिहड़ा बहुत जरूरी है। निमाणे दा माण प्रभु बन जाता है। तुद उपर मेरा बहु माणा, तू है मेरा ताना राम। सज्जन तू है सैन, तू मैं तुद उपर बहु माणिया। भाव इस हंकार स्वैमाण दे विच बदल जाए, माण होवे उस प्रभु दे उपर, माण होवे रब्बी गुणा दे उपर। इस करके इन्हां नूं मारना नहीं है, इकट्ठा करके काबू च करना है। ਜਿਹਨੂੰ ਪੰਚਮ ਪਾਤਸ਼ਾਹ ਜੀ ਨੇ ਬਚਨ ਕੀਤਾ ਸੀ, ਨੇਤੇ ਪੰਜ ਜਵਾਨ ਮੈਂ ਗੁਰ ਥਾਪੀ ਦਿੱਤੀ ਕੰਡ ਜਿਓ। ਨੇਤੇ ਮੈਨੇ ਕਾਬੂ ਚ ਕਰ ਲਏ, ਨੱਥ ਲਏ, ਨੱਥ ਪਾ ਕੇ ਇਹਨਾਂ ਨੂੰ ਕਾਬੂ ਚ ਕਰਕੇ ਇਹਨਾਂ ਘੋੜਿਆਂ ਨੂੰ ਆਪਣੀ ਮੰਜ਼ਿਲ ਵੱਲ ਜਾਣ ਵਾਸਤੇ ਤਾਕਤ ਦੇ ਰੂਪ ਚ ਵਰਤ ਲਿਆ। ਇਸ ਕਰਕੇ ਪੰਜ ਪੂਤ ਏਕ ਕਰ ਰਾਖ ਲੈ ਸਮਝ। ਭਾਵ ਪੰਜਾਂ ਵਿਕਾਰਾਂ ਨੂੰ ਇੱਕ ਥਾਂ ਤੇ ਤੁਸੀਂ ਇਕੱਠਾ ਕਰਕੇ ਕਾਬੂ ਚ ਕਰ ਲਿਆ। जग जीतो गुरुद्वार, खेलने समतसार, रथ उन्मन लिव राख निरंकार। जग जीतो गुरुद्वार, गुरु नानक दे दर पै के तुसी जगत नूं जित लिया। जग एक वचन पुलिंग होने करके गगे नूं औंकड़ आ गई। जगत भावे संसार, जीतो मैंने जित लिया। गुरुद्वार रारे नूं सियारी आ गई। गुरु दे दर पै के, गुरु दे दर नाल जुड़ के, इत्थे गुर दे रारे नूं औंकड़ तां नहीं आई क्योंकि दे लुप्त संबंधक है गया। गुरु दे द्वार ते रारे नूं सियारी आ गई, कार की अर्थ ते। गुरु दे दर ते पै के खेलने समत सार। समत आखदे ने बिल्कुल बराबर, एक दृष्टि नाल देखना, एक दृष्टि नाल समता दी बाजी तुसी खेड रहे हो। भाव सारी सृष्टि नूं एक दृष्टि नाल ही देख रहे हो, तुहाडे लई सब बराबर हैगे ने। ते गुरु अंगद देव पातशाह ਤੁਹਾਡੀ ਦ੍ਰਿਸ਼ਟੀ ਜਿਹੜੀ ਉਹ ਸਮ ਹੈਗੀ ਹੈ, ਸਭ ਨੂੰ ਇੱਕ ਬਰਾਬਰ ਦੇਖਦੇ ਹੈਗੇ ਹੋ। ਰਥ ਉਨਮਨ ਲਿਵ ਰਾਖ ਨਿਰੰਕਾਰ। ਰਥ ਲਿਵ ਰੂਪੀ, ਲਿਵ ਦਾ ਰਥ, ਜਿਹੜੀ ਲਿਵ ਹੈਗੀ ਹੈ, ਲਿਵ ਦਾ ਰਥ ਬਿਰਤੀ ਦਾ ਪ੍ਰਵਾਹ ਉਨਮਨ ਖੜਾਓ ਵਾਲੀ ਅਵਸਥਾ ਦੇ ਵਿੱਚ ਹੈ। ਭਾਵ ਨਿਰੰਕਾਰ ਨਾਲ ਜੁੜ ਕੇ ਤੁਸੀਂ ਖੜਾਓ ਵਾਲੀ ਅਵਸਥਾ ਵਿੱਚ ਆ ਗਏ। ਰਾਖ ਨਿਰੰਕਾਰ, ਨਿਰੰਕਾਰ ਦੇ ਵਿੱਚ ਰਾਰੇ ਨੂੰ ਸਿਹਾਰੀ ਆ ਗਈ। ਅਕਾਲ ਪੁਰਖ ਵਿੱਚ ਰਾਖ ਮਨੇ ਰੱਖਣ ਦੇ ਕਾਰਨ, ਰੱਖ ਕੇ ਭਾਵ ਪ੍ਰਭੂ ਦੇ ਵਿੱਚ ਆਪਣੀ ਲਿਵ ਨੂੰ ਰੱਖ ਕੇ ਤੁਹਾਡੀ ਬਿਰਤੀ ਇੱਕ ਰਸ ਖਿੜੀ ਹੋਈ ਹੈ। ਕਹੋ ਕੀਰਤ ਕਲ ਸਹਾਰ, ਸਪਤ ਦੀਪ ਮਝਾਰ, ਲੈਣਾ ਜਗਤਰ ਗੁਰੂ ਪਰਸ ਮੁਰਾ। ਕਹੋ ਕੀਰਤ ਕਲ ਸਹਾਰ। हे ਕਲ, ਇੱਥੇ ਕਲ ਦਾ ਮਤਲਬ ਹੈਗਾ ਭੱਟ ਕਲ ਦੀ ਇੱਥੇ ਗੱਲ ਚੱਲਦੀ ਹੈਗੀ ਹੈ। हे ਭੱਟ ਕਲ ਕਹਿ ਕੀਰਤ, ਪ੍ਰਭੂ ਦੀ ਭਾਈ ਲਹਿਣਾ ਜੀ ਦੀ ਕੀਰਤੀ, ਜਿਹੜੀ ਭਾਈ ਲਹਿਣਾ ਜੀ ਦੀ ਕੀਰਤੀ ਹੈਗੀ ਹੈ, ਭਾਈ ਲਹਿਣਾ ਜੀ ਦੀ ਸਿਫਤ ਸਲਾਹ ਹੈਗੀ ਹੈ। हे ਕਲ ਸਹਾਰ ਭੱਟ, ਕਹੋ ਉਹਦੀ ਤੂੰ ਕੀਰਤੀ ਨੂੰ ਕਹਿ। ਕਹੋ ਕੀਰਤ ਕਲ ਸਹਾਰ, ਸਪਤ ਦੀਪ ਮਝਾਰ। ਕੀ ਕਹਿ? ਸਪਤ ਮੈਨੇ ਸੱਤ, ਦੀਪ ਬਹੁਤੇ ਨੇ, ਸੱਤ ਦੀਪ ਨੇ, ਇਸ ਕਰਕੇ ਪੱਪੇ ਨੂੰ ਔਂਕੜ ਨਹੀਂ ਆਈ। ਮਝਾਰ ਮੈਨੇ ਵਿੱਚ, ਸਪਤ ਦੀਪ ਮਝਾਰ ਕਿ ਸੱਤਾਂ ਦੀਪਾਂ ਦੇ ਵਿੱਚ, ਭਾਵ ਸਾਰੀ ਦੁਨੀਆ ਵਿੱਚ। ਸਪਤ ਦੀਪ ਜਿਹੜਾ ਮੁਹਾਵਰੇ ਵਜੋਂ ਹੈ, ਭਾਵ ਕੁੱਲ ਸੰਸਾਰ, ਕਿਉਂਕਿ ਇਸ ਧਰਤੀ ਨੂੰ, ਪ੍ਰਿਥਵੀ ਨੂੰ ਸੱਤਾਂ ਦੀਪਾਂ ਦਾ ਮਾਲਕ ਕਿਹਾ ਗਿਆ, ਭਾਵ ਸੱਤਾਂ ਦੀਪਾਂ ਦਾ ਸਮੂਹ ਕਿਹਾ ਗਿਆ ਹੈ। ਇਸ ਕਰਕੇ ਜਦੋਂ ਪੂਰੀ ਧਰਤੀ ਦਾ ਜ਼ਿਕਰ ਹੁੰਦਾ ਉਦੋਂ ਸਪਤ ਦੀਪ ਕਿਹਾ ਲਿਆ ਜਾਂਦਾ ਹੈ। ਸਪਤ ਦੀਪ ਮਝਾਰ ਭਾਵ ਸਾਰੀ ਦੁਨੀਆ ਦੇ ਵਿੱਚ। ਲਹਿਣਾ ਜਗਤਰ ਗੁਰ ਪਰਸ ਮੁਰਾਰ, ਭਾਈ ਲਹਿਣਾ ਜੀ ਜਗਤਰ, ਤੇ ਇੱਥੇ ਰਾਰੇ ਨੂੰ ਔਂਕੜ ਨਹੀਂ ਆਈ, ਭਾਵ ਦੇ ਲੁਪਤ ਸੰਬੰਧਕ ਹੈਗਾ। ਜਗਤ ਦੇ ਗੁਰ, ਜਿਹੜੇ ਜਗਤ ਦੇ ਗੁਰੂ ਨੇ ਗੁਰੂ ਨਾਨਕ ਪਾਤਸ਼ਾਹ ਜੀ। ਪਰਸ ਮੁਰਾਰ, ਪਰਸ ਦੇ ਸੱਸੇ ਨੂੰ ਸਿਆਰੀ ਆ ਗਈ। ਪਰਸ ਕੇ ਛੂ ਕੇ ਮੁਰਾਰ, ਮੁਰ ਰੂਪ ਗੁਰੂ ਨਾਨਕ ਪਾਤਸ਼ਾਹ ਨੂੰ ਕਰ ਕੀ ਸੰਬੰਧਕ ਆਣ ਕਰਕੇ, ਕਰ ਕੇ ਅਰਥਾਨ ਕਰਕੇ ਰਾਰੇ ਨੂੰ ਸਿਆਰੀ ਆ ਗਈ। ਪਰਸ ਕੇ ਮੁਰਾਰ ਨੂੰ, ਜਗਤ ਦੇ ਗੁਰੂ ਗੁਰੂ ਨਾਨਕ ਪਾਤਸ਼ਾਹ ਮੁਰਾਰ ਦੇ ਚਰਨਾਂ ਨੂੰ ਪਰਸ ਕੇ, हे ਭਾਈ ਲਹਿਣਾ ਜੀ ਤੁਹਾਡੀ ਕੀਰਤੀ ਪੂਰੀ ਦੁਨੀਆ ਦੇ ਵਿੱਚ ਫੈਲ ਗਈ ਹੈ। हे ਕਲ ਸਹਾਰ ਆਖ, ਹਰੀ ਰੂਪ ਜਗਤ ਦੇ ਗੁਰੂ ਨਾਨਕ ਦੇਵ ਜੀ ਨੂੰ ਪਰਸ ਕੇ ਲਹਿਣੇ ਦੀ ਸ਼ੋਭਾ ਸਾਰੇ ਸੰਸਾਰ ਵਿੱਚ ਫੈਲ ਰਹੀ ਹੈ। ਇੱਥੇ ਤੱਕ ਇੱਕ ਸਵਈਆ ਹੋ ਗਿਆ। ਦੂਸਰਾ ਸਵਈਆ, जाकी दृष्ट अमृत तार, कालुक खन उतार, तिमर अज्ञान जाहे दर्श द्वार, ओए जो से मैं शब्द सार,
गाखड़ी बिखमकार ते नर भव उतार किए निरतार। सत्संगत सहज सार जागी ले गुरु विचार। निमरी भूत सदीव परम प्यार। कहो कीरत कल सहार सपत दीप मझार। लहना जगत्र गुरु परस मुरार। जाकी दृष्ट ਅੰਮ੍ਰਿਤਧਾਰ। ਦੇਖੋ ਇਹਨਾਂ ਦੇ ਵਿਸਰਾਮ ਜਿਹੜੇ ਬਹੁਤ ਸੌਖੇ ਹੁੰਦੇ ਨੇ। ਜਦੋਂ ਅਸੀਂ ਇਹਨਾਂ ਦੇ ਵਿਸਰਾਮ ਕਰਦੇ ਹਾਂ ਤੇ ਲਗਭਗ ਇਹਦੇ 3 ਹਿੱਸੇ ਹੋ ਜਾਂਦੇ ਨੇ, ਜਿਹਦੇ ਵਿੱਚ ਕਾਫੀਆ ਰਦੀਫ ਇਸ ਤਰ੍ਹਾਂ ਹੁੰਦਾ ਹੈ ਵੀ ਇੱਕੋ ਜਿਹੇ 3 ਸ਼ਬਦ ਆ ਜਾਂਦੇ ਨੇ, ਅੰਮ੍ਰਿਤਧਾਰ, ਉਤਾਰ, ਦੁਆਰ। ਇੱਕ ਤੁਕ ਵਿੱਚ 3 ਆ ਗਏ ਨੇ। ਅਗਲੀ ਤੁਕ ਵਿੱਚ ਸਾਰ, ਤਾਰ, ਨਿਰਭਾਰ। ਸੈਕੰਡ ਦੇ ਵਿੱਚ ਵੀ ਕਈ ਵਾਰੀ ਆ ਜਾਂਦਾ ਹੁੰਦਾ, ਦੂਜੀ ਲਾਈਨ ਦੇ ਵਿੱਚ ਜਾਕੀ ਦ੍ਰਿਸ਼ਟ ਅੰਮ੍ਰਿਤਧਾਰ, ਇੱਥੇ ਰੁਕ ਜਾਣਾ ਹੈ। ਕਾਲੁਖ ਖੰਨ ਉਤਾਰ, ਇੱਥੇ ਫਿਰ ਰੁਕ ਜਾਣਾ ਹੈ। ਤਿਮਰ ਅਗਿਆਨ ਜਾਹੇ ਦਰਸ ਦੁਆਰ, ਕਾਫੀਆ ਰਦੀਫ ਨਾਲ ਰਲ ਗਿਆ ਇਹਦਾ। ਸਾਰੇ ਸ਼ਬਦ ਲਗਭਗ ਸਵਈਏ ਇਸੇ ਤਰ੍ਹਾਂ ਤੁਹਾਨੂੰ ਮਿਲਣਗੇ। ਜਾਕੀ ਮੈਨੇ ਜਿਸ ਦੀ ਦ੍ਰਿਸ਼ਟ ਦੀ ਟੈਂਕੀ ਦੀ ਸਿਆਰੀ ਜਿਹੜੀ ਹੈ, ਇਹਦੀ ਮੌਲਿਕ ਸਿਆਰੀ ਹੈ, ਆਪਣੇ ਨਾਲ ਲੈ ਕੇ ਆਇਆ। ਸੰਸਕ੍ਰਿਤ ਰੂਟ ਦਾ ਇਹ ਸ਼ਬਦ ਹੈ। ਅੰਮ੍ਰਿਤ ਧਾਰ, ਅੰਮ੍ਰਿਤ ਨੂੰ ਧਾਰਨ ਵਾਲੀ, ਅੰਮ੍ਰਿਤ ਵਸਾਣ ਵਾਲੀ ਦ੍ਰਿਸ਼ਟੀ। ਕਿਉਂਕਿ ਦ੍ਰਿਸ਼ਟੀ ਦਾ ਇਸਤਰੀ ਲਿੰਗ ਦਾ ਵਿਸ਼ੇਸ਼ਣ ਜਿਹੜਾ ਹੈ ਅੰਮ੍ਰਿਤ ਧਾਰ, ਉਹ ਔਂਕੜ ਤੋਂ ਬਿਨਾਂ ਆਇਆ ਹੈ। ਕਿਉਂਕਿ ਇਹ ਅੰਮ੍ਰਿਤ ਧਾਰ ਜਿਹੜਾ ਹੈ ਭਾਵ ਅੰਮ੍ਰਿਤ ਨੂੰ ਵਿਸਤਾਰਨ ਕਰਨ ਵਾਲੀ ਹੋਣ ਕਰਕੇ, ਇਸਤਰੀ ਲਿੰਗ ਹੋਣ ਕਰਕੇ ਰਾਰਾ ਮੁਕਤਾ ਆਇਆ ਇਹਦਾ। ਜਾਕੀ ਦ੍ਰਿਸ਼ਟ ਅੰਮ੍ਰਿਤ ਧਾਰ ਭਾਵ ਜਿਸ ਗੁਰੰਗਤ ਦੇ ਪਾਤਸ਼ਾਹ ਜੀ ਦੀ ਦ੍ਰਿਸ਼ਟੀ ਅੰਮ੍ਰਿਤ ਵਰਸਾਣ ਵਾਲੀ ਹੈ। ਬ੍ਰਹਮ ਗਿਆਨੀ ਕੈ ਦ੍ਰਿਸ਼ਟ ਅੰਮ੍ਰਿਤ ਵਰਸ ਭਾਵ ਉਹਨਾਂ ਦੀ ਦ੍ਰਿਸ਼ਟੀ ਚੋਂ ਅੰਮ੍ਰਿਤ ਵਰਸਦਾ ਹੈ। ਸਾਰਿਆਂ ਦੇ ਉੱਪਰ ਇੱਕ ਸਮਾਨ ਨਜ਼ਰ ਕਰਦੇ ਨੇ, ਸਭ ਦੇ ਉੱਪਰ ਇੱਕ ਸਮਾਨ ਮਿਹਰ ਦੀ ਵਰਖਾ ਕਰਦੇ ਨੇ। ਤੇ ਉਹ ਦ੍ਰਿਸ਼ਟੀ ਜਦੋਂ ਵਰਸਦੀ ਹੈ ਕੀ ਹੁੰਦਾ ਹੈ? ਕਾਲੁਖ ਖੰਨ ਉਤਾਰ। ਕਾਲੁਖ ਮੈਨੇ ਪਾਪਾਂ ਰੂਪ ਜਿਹੜੀ ਕਾਲਖ ਹੈ, ਖੰਨ ਨੰਨੇ ਨੂੰ ਸਿਹਾਰੀ ਆ ਗਈ, ਖੰਨ ਕੇ ਭਾਵ ਪੁੱਟ ਕੇ, ਉਤਾਰ ਦੇਣ ਦੇ ਸਮਰੱਥ ਹੈ, ਖੇੜ ਦੇਣ ਦੇ ਸਮਰੱਥ ਹੈ। ਭਾਵ ਉਹ ਗੁਰੰਗਤ ਦੇ ਪਾਤਸ਼ਾਹ ਦੀ ਦ੍ਰਿਸ਼ਟੀ ਜਿਹੜੀ ਅੰਮ੍ਰਿਤ ਵਸਾਂਦੀ ਹੈ, ਕਾਲਖ ਨੂੰ ਪੁੱਟ ਕੇ ਦੂਰ ਕਰਨ ਦੇ ਸਮਰੱਥ ਹੈ। ਤਿਮਰ ਅਗਿਆਨ ਜਾਹੇ ਦਰਸ ਦੁਆਰ, ਜਿਸ ਦੇ ਦਰਸ਼ਨ ਕਰਨ ਨਾਲ ਤਿਮਰ ਮੈਨੇ ਹਨੇਰਾ, ਅਗਿਆਨ ਮੈਨੇ ਅਗਿਆਨਤਾ ਦਾ ਹਨੇਰਾ, ਜਾਹੇ ਮੈਨੇ ਦੂਰ ਹੋ ਜਾਂਦੇ ਨੇ, ਅਗਿਆਨਤਾ ਦੇ ਹਨੇਰੇ ਮੁੱਕ ਜਾਂਦੇ ਨੇ। ਤਿਮਰ ਬਹੁਤੇ ਨੇ, ਇਸ ਕਰਕੇ ਅਗਿਆਨ ਦੇ ਨੰਨੇ ਨੂੰ ਵੀ ਔਂਕੜ ਨਹੀਂ ਆਈ। ਅਗਿਆਨਤਾ ਦੇ ਹਨੇਰੇ ਜਾਹੇ ਵੀ ਬਹੁਵਚਨ ਕਿਰਿਆ ਚ ਆ ਗਿਆ ਵੀ ਚਲੇ ਜਾਂਦੇ ਹਨ। ਜੇ ਇੱਕ ਹੁੰਦਾ ਤਿਮਰ ਅਗਿਆਨ, ਫਿਰ ਜਾਏ ਪਾਠ ਆਣਾ ਸੀ ਈੜੀ ਨੂੰ ਸਿਆਰੀ ਨਾਲ, ਫਿਰ ਤਿਮਰ ਦੇ ਵੀ ਰਾਰੇ ਨੂੰ ਔਂਕੜ, ਅਗਿਆਨ ਦੇ ਵੀ ਨੰਨੇ ਨੂੰ ਔਂਕੜ ਆਣੀ ਸੀ। ਅਗਿਆਨ ਰੂਪੀ ਹਨੇਰਾ ਚਲਾ ਜਾਂਦਾ ਹੈ। ਪਰ ਇੱਥੇ ਅਗਿਆਨ ਇੱਕ ਨਹੀਂ, ਕਿੰਨੇ ਅਗਿਆਨ ਨੇ। ਆਪਣੇ ਪ੍ਰਤੀ ਅਗਿਆਨਤਾ ਹੈ, ਮੈਂ ਕੌਣ ਹਾਂ। ਦੂਜੇ ਪ੍ਰਤੀ ਅਗਿਆਨਤਾ ਹੈ, ਇਹ ਕੌਣ ਹੈ। ਸੰਸਾਰ ਦੇ ਪ੍ਰਤੀ ਅਗਿਆਨਤਾ ਹੈ, ਸੰਸਾਰ ਕੀ ਹੈ। ਰੱਬ ਦੇ ਪ੍ਰਤੀ ਅਗਿਆਨਤਾ ਹੈ, ਰੱਬ ਕੀ ਹੈ। ਬੜੇ ਅਗਿਆਨ ਲੈ ਕੇ ਅਸੀਂ ਇਕੱਠੇ ਕਰਕੇ ਤੁਰੇ ਫਿਰਦੇ ਹਾਂ। ਅਗਿਆਨਤਾ ਮੁਕਤੀ ਨਹੀਂ ਹੈ। ਅਗਿਆਨ ਰੂਪੀ ਤਿਵਰ ਜਿਹੜੇ ਨੇ ਜਾਹੇ ਮੈਨੇ ਚਲੇ ਜਾਂਦੇ ਹਨ, ਭਾਵ ਅਗਿਆਨ ਆਦਿਕ ਹਨੇਰੇ ਦੂਰ ਹੋ ਜਾਂਦੇ ਹਨ। ਦਰਸ ਦੁਆਰ, ਜਿਸ ਦੇ ਦਰ ਦਾ ਦਰਸ਼ਨ ਕਰਨ ਦੇ ਨਾਲ, ਭਾਵ ਜਿਹਦੇ ਦਰ ਦੇ ਉੱਪਰ ਅਸੀਂ ਜਾ ਕੇ ਸਮਰਪਿਤ ਹੋ ਜਾਂਦੇ ਹਾਂ, ਉਦੋਂ ਸਾਡੇ ਉਸ ਦਰ ਤੇ ਜਾ ਕੇ ਅਗਿਆਨਤਾ ਦੇ ਹਨੇਰੇ ਮੁੱਕ ਜਾਂਦੇ ਹਨ। ਦਰਸ ਦੇ ਸੱਸੇ ਨੂੰ ਔਂਕੜ ਤਾਂ ਨਹੀਂ ਆਈ ਕਿਉਂਕਿ ਦਰਸ਼ਨ ਨਾਲ, ਦੁਆਰ ਦੇ ਰਾਰੇ ਨੂੰ ਔਂਕੜ ਤਾਂ ਨਹੀਂ ਆਈ, ਦਰ ਦਾ ਦਰਸ਼ਨ ਕਰਨ ਨਾਲ, ਜਿਸ ਗੁਰੰਗਤ ਦੇ ਪਾਤਸ਼ਾਹ ਦੇ ਦਰ ਦਾ ਦਰਸ਼ਨ ਕਰਨ ਦੇ ਨਾਲ ਸਾਰੇ ਅਗਿਆਨਤਾ ਦੇ ਹਨੇਰੇ ਖਤਮ ਹੋ ਜਾਂਦੇ ਹਨ। ਓਏ ਜੋ ਸੇਵੈ ਸ਼ਬਦ ਸਾਰ ਗਾਖੜੀ ਬਿਖਮਕਾਰ, ਤੇ ਨਰ ਭਵ ਉਤਾਰ ਕੀਏ ਨਿਰਭਾਰ। ਓਏ ਜੋ ਸੇਵੈ ਸ਼ਬਦ ਸਾਰ, ਓਏ ਜਿੱਥੇ ਈੜੀ ਨੂੰ ਸਿਹਾਰੀ ਆ ਜਾਏਗੀ ਓਏ ਤੇ, ਉੱਥੇ ਬਹੁਤਿਆਂ ਦੀ ਗੱਲ ਹੈ। ਤੇ ਜਿੱਥੇ ਉਹ ਹਾਹਾ ਔਂਕੜ ਨਾਲ ਆ ਜਾਏਗਾ, ਉੱਥੇ ਇੱਕ ਪਲਿੰਗ ਦੀ ਗੱਲ ਹੈ। ਜਿੱਥੇ ਉਹ ਹਾਹਾ ਮੁਕਤਾ ਆ ਜਾਏਗਾ, ਉੱਥੇ ਇਸਤਰੀ ਲਿੰਗ ਦੀ ਇੱਕ ਵਚਨ ਦੀ ਗੱਲ ਹੈ। ਇਹ ਸ਼ਬਦ ਧਿਆਨ ਦੇਣ ਵਾਲੇ ਨੇ। ਓਏ ਈੜੀ ਨੂੰ ਸਿਹਾਰੀ ਵਾਲਾ, ਇਹ ਹਾਹੇ ਨੂੰ ਸਿਹਾਰੀ ਵਾਲਾ, ਉਹ ਹਾਹੇ ਨੂੰ ਸਿਹਾਰੀ ਵਾਲਾ, ਅਵਰ ਰਾਰੇ ਨੂੰ ਸਿਹਾਰੀ ਵਾਲਾ, ਸਭ ਧੱਬੇ ਨੂੰ ਸਿਹਾਰੀ ਵਾਲਾ, ਇਹ ਸਾਰੇ ਬਹੁਵਚਨ ਅਰਥਾਂ ਚ ਵਰਤੇ ਜਾਂਦੇ ਨੇ।
ਜਦੋਂ ਇਹਨਾਂ ਸ਼ਬਦਾਂ ਨੂੰ ਔਂਕੜ ਲੱਗ ਜਾਂਦੀ ਹੈ ਉਦੋਂ ਇੱਕ ਵਚਨ ਪੁਲਿੰਗ ਵਾਸਤੇ ਹੁੰਦੇ ਨੇ, ਜਦੋਂ ਔਂਕੜ ਉਤਰ ਜਾਂਦੀ ਇਹਨਾਂ ਦੀ ਆਖਰੀ ਅੱਖਰ ਮੁਕਤਾ ਹੁੰਦਾ ਇਹਨਾਂ ਸ਼ਬਦਾਂ ਦਾ, ਉਦੋਂ ਇਸਤਰੀ ਲਿੰਗ ਇੱਕ ਵਚਨ ਵਾਸਤੇ ਹੁੰਦੇ ਨੇ, ਤੇ ਬਹੁਵਚਨ ਵਾਸਤੇ ਹਮੇਸ਼ਾ ਸਿਆਰੀ ਨਾਲ ਆਉਂਦੇ ਨੇ। ਓਏ, ਇੱਥੇ ਬਹੁਤਿਆਂ ਦੀ ਗੱਲ ਹੈ। ਓਏ ਜੋ ਸੇਵੇਂ, ਇਸੇ ਕਰਕੇ ਸੇਵੇਂ ਕਿਰਿਆ ਬਹੁਵਚਨ ਆ ਗਈ। ਉਹ ਜਿਹੜੇ ਸੇਵਦੇ ਹਨ, ਉਹ ਜਿਹੜੇ ਸਿਮਰਦੇ ਹਨ, ਜਪਦੇ ਹਨ। ਕੀ ਜਪਦੇ ਹਨ ਜੀ? ਸ਼ਬਦ ਸਾਰ। ਸ਼ਬਦ ਇੱਕ ਵਚਨ ਪੁਲਿੰਗ ਹੈ, ਦੱਦੇ ਨੂੰ ਔਂਕੜ ਆ ਗਈ, ਤੇ ਉਹਦੀ ਵਿਸ਼ੇਸ਼ਤਾ ਕੀ ਹੈ? ਉਹਦਾ ਵਿਸ਼ੇਸ਼ਣ ਹੈ ਸਾਰ। ਸਾਰ ਦੇ ਰਾਰੇ ਨੂੰ ਔਂਕੜ ਆ ਗਈ। ਵਿਸ਼ੇਸ਼ਣ ਵੀ ਪੁਲਿੰਗ ਵਰਗਾ ਹੀ ਹੁੰਦਾ, ਜਿੱਦਾਂ ਦਾ ਪੁਲਿੰਗ ਉਦਾਂ ਦਾ ਵਿਸ਼ੇਸ਼ਣ। ਸਾਰ ਮੈਨੇ ਸ੍ਰੇਸ਼ਟ, ਜਿਹੜਾ ਸ੍ਰੇਸ਼ਟ ਸ਼ਬਦ ਹੈ ਉਹ ਸੇਵਦੇ ਹਨ, ਉਸ ਸ੍ਰੇਸ਼ਟ ਸ਼ਬਦ ਨੂੰ ਜਪਦੇ ਹਨ। ਪਰ ਇਹ ਜਪਣਾ ਸੌਖਾ ਥੋੜੇ ਹੈ। ਗਾਖੜੀ ਬਿਖਮਕਾਰ, ਗਾਖੜੀ ਮੈਨੇ ਔਖੀ, ਕਾਰ ਮੈਨੇ ਕਿਰਤ। ਇੱਥੇ ਜਿਹੜੀ ਕਿਰਤ ਹੈ, ਕਾਰ ਹੈ, ਇਸਤਰੀ ਲਿੰਗ ਹੋਣ ਕਰਕੇ ਰਾਰੇ ਨੂੰ ਔਂਕੜ ਨਹੀਂ ਆਈ, ਤੇ ਉਹਦਾ ਵਿਸ਼ੇਸ਼ਣ ਹੈਗਾ ਬਿਖਮ। ਉਹ ਕਾਰ ਕੀ ਹੈ? ਔਖੀ। ਇਸਤਰੀ ਲਿੰਗ ਦਾ ਵਿਸ਼ੇਸ਼ਣ ਬਿਖਮ ਜਿਹੜਾ ਹੈ ਉਹ ਵੀ ਫਿਰ ਔਂਕੜ ਤੋਂ ਬਿਨਾਂ ਆ ਗਿਆ, ਕਿਉਂਕਿ ਇਸਤਰੀ ਲਿੰਗ ਦਾ ਵਿਸ਼ੇਸ਼ਣ ਹੈ ਉਹ। ਗਾਖੜੀ ਬਿਖਮਕਾਰ, ਉਹ ਔਖੀ ਕਿਰਤ ਕਰਦੇ ਹਨ। ਤੇ ਨਰ ਭਵ ਉਤਾਰ, ਇੱਥੇ ਤੇ ਫਿਰ ਬਹੁਵਚਨ ਆ ਗਿਆ, ਤੇ ਨਰ ਬਹੁਤੇ ਨੇ, ਰਾਰੇ ਦੀ ਔਂਕੜ ਤਾਂ ਨਹੀਂ ਆਈ। ਭਵ ਉਤਾਰ, ਭਵ ਮੈਨੇ ਸਮੁੰਦਰ, ਤੇ ਇਹਦਾ ਅੱਗੇ ਕਾਰ ਕੀ ਅਰਥ ਆ ਗਿਆ? ਸਮੁੰਦਰ ਤੋਂ। ਉਤਾਰ ਦੇ ਰਾਰੇ ਨੂੰ ਸਿਆਰੀ ਆ ਗਈ, ਉਤਾਰ ਕੇ। ਭਵ ਉਤਾਰ ਮੈਨੇ ਸਮੁੰਦਰ ਤੋਂ, ਸੰਸਾਰ ਸਾਗਰ ਤੋਂ ਪਾਰ ਲੰਘਾ ਕੇ, ਕੀਏ ਨਿਰਭਾਰ, ਭਾਰ ਤੋਂ ਰਹਿਤ, ਭਾਰ ਤੋਂ ਮੁਕਤ ਕਰ ਦਿੱਤੇ। ਜਿਹੜੇ ਮਨੁੱਖ ਉਸ ਸ੍ਰੇਸ਼ਟ ਸ਼ਬਦ ਨੂੰ ਜਪਦੇ ਹਨ, ਓਏ ਜੋ ਸੇਵੇਂ ਸ਼ਬਦ ਸਾਰ, ਜਿਹੜਾ ਕੰਮ ਬੜਾ ਔਖਾ ਹੈ, ਗਾਖੜੀ ਬਿਖਮਕਾਰ, ਜਿਹੜੀ ਕਿਰਤ ਕਰਨੀ ਇਹ ਬੜੀ ਔਖੀ ਹੈ, ਸ਼ਬਦ ਨੂੰ ਜਪਣਾ। ਤੇ ਨਰ ਭਾਵ ਉਤਾਰ, ਕੀਏ ਨਿਰਭਾਰ, हे ਗੁਰੂ ਅੰਗਦ ਦੇਵ ਪਾਤਸ਼ਾਹ, ਤੁਸੀਂ ਉਹਨਾਂ ਨੂੰ ਸੰਸਾਰ ਆਖਰੀ ਤੁਕਾਂ ਨੇ ਸਤ ਸੰਗਤ ਸਹਿਜ ਸਾਰ, ਜਾਗੀਲੇ ਗੁਰ ਵਿਚਾਰ। ਸਹਿਜ ਦੇ ਦੱਜੇ ਨੂੰ ਤਾਂ ਔਂਕੜ ਨਹੀਂ ਆਈ ਕਿਉਂਕਿ ਇਹਦੇ ਅੱਗੇ ਲੁਪਤ ਸੰਬੰਧਕ ਆ ਗਿਆ ਦੀ। ਸਹਿਜ ਦੀ, ਸਾਰ, ਸਾਰ ਲੈ ਕੇ, ਸੰਭਾਲ ਕਰਕੇ। ਰਾਰੇ ਨੂੰ ਸਿਆਰੀ ਕਰਕੇ ਕੇ ਅਰਥ ਦੇਗੀ। ਸਤ ਸੰਗਤ, ਸੰਗਤ ਦੇ ਤੱਤੇ ਨੂੰ ਸਿਆਰੀ ਆਈ, ਭਾਵ ਸਤ ਸੰਗਤ ਵਿੱਚ। ਸਤ ਸੰਗਤ ਵਿੱਚ ਸਹਿਜ ਦੀ ਸੰਭਾਲ, ਸਾਰ ਲੈ ਕੇ, ਸਹਿਜ ਅਵਸਥਾ ਨੂੰ ਸੰਭਾਲ ਕੇ, ਜਾਗੀਲੇ ਗੁਰ ਵਿਚਾਰ। ਜਾਗੀਲੇ ਮੈਨੇ ਜਾਗ ਪੈਂਦੇ ਹਨ। ਗੁਰ ਵਿਚਾਰ, ਗੁਰ ਦੇ ਰਾਰੇ ਨੂੰ ਔਂਕੜ ਤਾਂ ਨਹੀਂ ਆਈ ਕਿਉਂਕਿ ਲੁਪਤ ਸੰਬੰਧਕ ਆ ਗਿਆ ਦੀ। ਦੀ ਨੇ ਰਾਰੇ ਦੀ ਔਂਕੜ ਖਤਮ ਕਰ ਦਿੱਤੀ। ਗੁਰੂ ਦੀ ਵਿਚਾਰ, ਵਿਚਾਰ ਦੇ ਰਾਰੇ ਨੂੰ ਸਿਆਰੀ ਆ ਗਈ। ਵਿਚਾਰ ਦੁਆਰਾ, ਵਿਚਾਰ ਨਾਲ, ਵਿਚਾਰ ਰਾਹੀਂ। ਜਦੋਂ ਸਿਆਰੀ ਆ ਜਾਏ ਉਦੋਂ ਰਾਹੀਂ, ਦੁਆਰਾ, ਨਾਲ ਇੱਕੋ ਜਿਹੀ ਅਰਥ ਨੇ, ਜੋ ਮਰਜ਼ੀ ਕਰ ਸਕਦੇ ਹਾਂ। ਜਿਵੇਂ ਗੁਰ ਪ੍ਰਸਾਦ, ਦੱਦੇ ਨੂੰ ਸਿਆਰੀ ਆ ਗਈ। ਪ੍ਰਸਾਦ ਰਾਹੀਂ, ਪ੍ਰਸਾਦ ਨਾਲ, ਪ੍ਰਸਾਦ ਦੁਆਰਾ, ਜੋ ਮਰਜ਼ੀ ਕਹਿ ਸਕਦੇ ਹਾਂ। ਏਦਾਂ ਹੀ ਵਿਚਾਰ ਰਾਹੀਂ, ਵਿਚਾਰ ਨਾਲ, ਵਿਚਾਰ ਦੁਆਰਾ। ਨਿਮਰੀ ਭੂਤ, ਸਦੀਵ ਪਰਮ ਪਿਆਰ। ਨਿਮਰੀ ਭੂਤ ਮੈਨੇ ਨੀਵੇਂ ਸੁਭਾਅ ਵਾਲੇ, ਭੂਤ ਮੈਨੇ ਸੁਭਾਅ, ਮਨੁੱਖ ਦਾ ਭੂਤ ਉਹਦਾ ਸੁਭਾਅ ਹੈਗਾ ਵੈ। ਸਦੀਵ ਮੈਨੇ ਹਮੇਸ਼ਾ ਲਈ, ਪਰਮ ਪਿਆਰ, ਮਹਾਨ ਪਿਆਰ ਵਿੱਚ। ਸਤ ਸੰਗਤ ਸਹਿਜ ਸਾਰ, ਸਤ ਸੰਗਤ ਵਿੱਚ ਸਹਿਜ ਅਵਸਥਾ ਨੂੰ ਪ੍ਰਾਪਤ ਕਰਦੇ ਹਨ। ਜਾਗੀਲੇ ਗੁਰ ਵਿਚਾਰ, ਗੁਰੂ ਦੇ ਵਿਚਾਰ ਵਿੱਚ ਉਹ ਜਾਗ ਜਾਂਦੇ ਹਨ, ਭਾਵ ਉਹਨਾਂ ਦੇ ਮਨ ਸੁਚੇਤ ਹੋ ਜਾਂਦੇ ਹਨ। ਮਨ ਸੁਚੇਤ ਹੋ ਜਾਣ ਫਿਰ ਵਿਕਾਰ ਨੇੜੇ ਨਹੀਂ ਆਉਂਦੇ ਹਨ। ਅਸਲ ਵਿੱਚ ਗੁਰਮਤਿ ਹੈ ਹੀ ਜਾਗਣਾ, ਸਭ ਤੋਂ ਵੱਡਾ ਕਾਰਜ ਹੀ ਜਾਗਣਾ ਹੈ। ਜਦੋਂ ਗੁਰੂ ਨਾਨਕ ਪਾਤਸ਼ਾਹ ਨੇ ਜੋਗੀਆਂ ਨੂੰ ਪੁੱਛਿਆ ਤੁਹਾਡਾ ਮਤ ਕੀ, ਉਹਨਾਂ ਨੇ ਬੜਾ ਕੁਝ ਦੱਸਿਆ ਜੀ। ਸਾਡਾ ਮਤ ਇਹ, ਅਸੀਂ ਘਰ-ਬਾਰ ਛੱਡ ਕੇ ਜੰਗਲ ਪਹਾੜ ਆ ਗਏ ਹਾਂ, ਹਾਟੀ ਬਾਟੀ ਸਾਰਾ ਕੁਝ ਛੱਡ ਦਿੱਤਾ ਅਸੀਂ, ਔਰ ਜੰਗਲ ਦੇ ਵਿੱਚ ਆ ਕੇ ਭਟਕਦੇ ਹਾਂ। ਹਾਟੀ ਬਾਟੀ ਰਹਿ ਨਿਰਾਰੇ, ਰੁੱਖ ਬਿਰਖ ਉਦਿਆਨੇ, ਕੰਧ ਮੂਲ ਆਹਾਰੋ ਖਾਈਐ, ਉਦੋਂ ਬੋਲੇ ਗਿਆਨੇ। ਤੀਰਥ ਨਹਾਈਐ ਸੁਖ ਫਲ ਪਾਈਐ, ਮੈਲ ਨਾ ਲਾਗੇ ਕਾਈ।
ਹੁਣ ਇਹ ਤੁਕਾਂ ਕਈ ਵਾਰੀ ਲਿਖੀਆਂ ਹੁੰਦੀਆਂ ਨੇ ਜਦੋਂ ਅਸੀਂ ਯਾਤਰਾ ਤੇ ਜਾਂਦੇ ਆ, ਟਰੱਕਾਂ ਦੇ ਉੱਪਰ ਟਰਾਲੀਆਂ ਉੱਪਰ ਬੈਨਰ ਲੱਗੇ ਹੁੰਦੇ ਨੇ ਕਿ ਤੀਰਥ ਨਹਾਈਐ ਸੁਖ ਫਲ ਪਾਈਐ ਮਹਿਲ ਨਾ ਲਾਗੈ ਕਾਈ, ਤੇ ਥੱਲੇ ਲਿਖਿਆ ਹੁੰਦਾ ਹੈ ਸਿੱਧ ਗੋਸ਼ਟ, ਗੁਰੂ ਨਾਨਕ ਪਾਤਸ਼ਾਹ ਜੀ ਦਾ ਨਾਮ ਲਿਖਿਆ ਰਾਮਕਲੀ ਮਹਿਲਾ ਪਹਿਲਾ ਸਿੱਧ ਗੋਸ਼ਟ। ਲੋਕ ਸੋਚਦੇ ਨੇ ਵੀ ਗੁਰੂ ਨਾਨਕ ਪਾਤਸ਼ਾਹ ਕਹਿ ਗਏ ਨੇ ਕਿ ਤੀਰਥ ਤੇ ਨਹਾਉਣ ਦੇ ਨਾਲ ਪਾਪ ਉਤਰ ਜਾਂਦੇ ਨੇ, ਸੁੱਖਾਂ ਦੇ ਫਲ ਮਿਲਦੇ ਨੇ, ਤੀਰਥ ਨਹਾਈਐ ਸੁਖ ਫਲ ਪਾਈਐ ਮਹਿਲ ਨਾ ਲਾਗੈ ਕਾਈ। ਹਾਲਾਂਕਿ ਇਹ ਸਿਧਾਂਤ ਗੁਰੂ ਨਾਨਕ ਸਾਹਿਬ ਦਾ ਨਹੀਂ, ਜੋਗੀ ਕਹਿ ਰਹੇ ਨੇ, ਗੋਰਖ ਪੁੱਤ ਲੋਹਾ ਰਿਪਾ ਬੋਲੇ ਜੋਗ ਜੁਗਤ ਵਿਦਸਾਈ, ਵੀ ਆ ਸਾਡੀ ਜੋਗੀਆਂ ਦੀ ਵਿਧੀ ਹੈ, ਅਸੀਂ ਤੀਰਥਾਂ ਤੇ ਨਹਾ ਕੇ ਮਹਿਲ ਲਾਉਂਦੇ ਆ, ਗੁਰਮਤਿ ਦਾ ਸਿਧਾਂਤ ਨਹੀਂ ਹੈ। ਉਹਨਾਂ ਨੇ ਪੁੱਛਿਆ ਤੁਹਾਡਾ ਕੀ ਸਿਧਾਂਤ ਹੈ? ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ ਅਸੀਂ ਸੌਂਦੇ ਨਹੀਂ ਆ, ਅਸੀਂ ਜਾਗਦੇ ਰਹਿੰਦੇ ਆ। ਕਹਿਣ ਲੱਗੇ ਸਮਝੇ ਨਹੀਂ। ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ ਵੀ ਅਸੀਂ ਸੁਚੇਤ ਰਹਿੰਦੇ ਆ, ਕਿਉਂਕਿ ਚੋਰੀ ਸੁੱਤਿਆਂ ਦੇ ਘਰ ਹੁੰਦੀ ਹੈ, ਜਾਗਦਿਆਂ ਦੇ ਘਰ ਚੋਰੀ ਹੋਣਾ ਬਹੁਤ ਮੁਸ਼ਕਲ ਹੈ। ਚੋਰੀ ਹੋ ਜਾਏ ਤੇ ਸਵੇਰੇ ਪੁਲਿਸ ਆ ਕੇ ਪਹਿਲਾ ਸਵਾਲ ਕਰਦੀ ਹੈ ਕਿ ਜਦੋਂ ਚੋਰੀ ਹੋਈ ਸੀ ਸੁੱਤੇ ਸੀ ਕਿ ਜਾਗਦੇ ਸੀ। ਜੇ ਉਹ ਕਹਿ ਦੇਣ ਸੁੱਤੇ ਸੀ, ਗੱਲ ਹੀ ਖਤਮ, ਪਤਾ ਹੀ ਨਹੀਂ ਇਹਨਾਂ ਨੂੰ ਚੋਰੀ ਕਦੋਂ ਹੋਈ। ਪਰ ਜੇ ਕਹਿ ਦੇਣ ਨਾ ਜਾਗਦੇ ਸੀ, ਫਿਰ ਸਟੇਟਮੈਂਟ ਸ਼ੁਰੂ ਹੋ ਜਾਂਦੀ ਹੈ, ਕਿਉਂਕਿ ਜਾਗਦੇ ਦੇ ਘਰ ਚੋਰੀ ਬੜੀ ਔਖੀ ਹੈ। ਅੱਛਾ ਜਾਗਦੇ ਸੀ, ਕਿੰਨੇ ਵਜੇ ਦਾ ਟਾਈਮ ਸੀ, ਕਿੰਨੇ ਚੋਰ ਅੰਦਰ ਦਾਖਲ ਹੋਏ, ਕਿਹੜੇ ਰਸਤਿਓਂ ਆਏ, ਪਹਿਲਾਂ ਕਿਹੜੇ ਕਮਰੇ 'ਚ ਗਏ, ਉਹਨਾਂ ਕੀ ਚੁੱਕਿਆ, ਤੁਸੀਂ ਕੀ ਆਵਾਜ਼ ਦਿੱਤੀ, ਤੁਸੀਂ ਕੁਝ ਰੋਕਣ ਦੀ ਕੋਸ਼ਿਸ਼ ਕੀਤੀ, ਫਿਰ ਬਿਆਨ ਸ਼ੁਰੂ ਹੋ ਜਾਂਦੇ ਨੇ। ਕਿਉਂਕਿ ਜਾਗਦੇ ਨੂੰ ਲੁੱਟਣਾ ਬੜਾ ਔਖਾ ਹੈ, ਚੋਰੀ ਔਖੀ ਹੈ। ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ ਸਾਡਾ ਮਤ ਹੈ ਵੀ ਹਾਟੀ ਬਾਟੀ ਨੀਂਦ ਨਾ ਆਵੇ, ਅਸੀਂ ਸੌਂਦੇ ਨਹੀਂ ਆ, ਅਸੀਂ ਬਿਲਕੁਲ ਸੁਚੇਤ ਰਹੀਦਾ ਹੈ। ਹੁਣ ਸੱਚਮੁੱਚ ਸੁਚੇਤ ਰਹਿਣਾ ਜਿਹੜਾ ਇਹ ਬੜਾ ਔਖਾ ਹੈ। ਜਾਗੀਲੇ ਗੁਰ ਵਿਚਾਰ, ਗੁਰੂ ਵਿਚਾਰ ਵਿੱਚ ਜਿਹੜਾ ਜਾਗ ਜਾਂਦਾ ਹੈ, ਕਾਮ ਕ੍ਰੋਧ ਲੋਭ ਮੋਹ ਹੰਕਾਰ ਦੀ ਚੋਰੀ ਕਰ ਹੀ ਨਹੀਂ ਸਕਦੇ। ਦੇਖੋ ਜ਼ਿੰਦਗੀ ਦੀ ਖੇਡ ਬੜੀ ਪਿਆਰੀ ਹੈ। ਇਸ ਖੇਡ ਵਿੱਚ ਇੱਕ ਪਾਸੇ ਜੀਵ ਹੈ, ਦੂਜੇ ਪਾਸੇ ਮਾਇਆ ਦੇ 5 ਖਿਡਾਰੀ ਨੇ, ਕਾਮ ਕ੍ਰੋਧ ਲੋਭ ਮੋਹ ਹੰਕਾਰ। ਪਰ ਬਦਕਿਸਮਤੀ ਇਹ ਹੈ, ਕਦੀ ਸਾਡੇ ਤੇ ਲੋਭ ਗੋਲ ਕਰ ਜਾਂਦਾ ਹੈ, ਕਦੀ ਹੰਕਾਰ ਗੋਲ ਕਰ ਜਾਂਦਾ ਹੈ, ਕਦੀ ਮੋਹ ਗੋਲ ਕਰ ਜਾਂਦਾ ਹੈ। ਐ ਸਿੱਖਾ ਤੂੰ ਵੀ ਕਦੀ ਕਦੀ ਗੋਲ ਕਰ ਦਿਆ ਕਰ, ਕਦੀ ਕ੍ਰੋਧ ਤੇ ਗੋਲ ਕਰ ਦਿਆ ਕਰ, ਕਦੀ ਹੰਕਾਰ ਤੇ ਗੋਲ ਕਰ ਦਿਆ ਕਰ। ਸਿੱਖ ਕਹਿੰਦਾ ਜੀ ਉਹ 5 ਨੇ, ਮੈਂ ਇਕੱਲਾ ਵਾਂ, ਅਵਰ ਪੰਚ ਹਮ ਏਕ ਜਨਾ, ਕਿਉਂ ਰਾਖਿਆ ਘਰ ਬਾਰ ਮਨਾ, ਮਾਰੇ ਲੁਟੈ ਨੀਤ ਨੀਤ ਕਿਸ ਆਗੇ ਕਰੀ ਪੁਕਾਰ ਜਨਾ। ਗੁਰੂ ਸਾਹਿਬ ਕਹਿਣ ਲੱਗੇ ਤੂੰ ਵੀ 5 ਖਿਡਾਰੀ ਅੱਗੇ ਕਰ ਲੈ, ਸਤ ਸੰਤੋਖ ਦਇਆ ਧਰਮ ਧੀਰਜ। ਕ੍ਰੋਧ ਗੋਲ ਕਰਨ ਲੱਗੇ ਮਿੱਠੀ ਜ਼ੁਬਾਨ ਦਾ ਖਿਡਾਰੀ ਅੱਗੇ ਕਰ ਦੇ, ਹੰਕਾਰ ਗੋਲ ਕਰਨ ਲੱਗੇ ਨਿਮਰਤਾ ਅੱਗੇ ਕਰ ਦੇ, ਲੋਭ ਗੋਲ ਕਰਨ ਲੱਗੇ ਸੰਤੋਖ ਦਾ ਖਿਡਾਰੀ ਅੱਗੇ ਕਰ ਦੇ। ਗੱਲ ਕੀ? ਕਾਮ ਕ੍ਰੋਧ ਲੋਭ ਮੋਹ ਜੀਤੋ, ਐਸੀ ਖੇਲ ਹਰ ਪਿਆਰੀ। ਜ਼ਿੰਦਗੀ ਬੜੀ ਪਿਆਰੀ ਖੇਡ ਹੈ, ਤੁਸੀਂ ਵੀ ਕਦੀ ਕਦੀ ਗੋਲ ਕਰ ਦਿਆ ਕਰੋ ਵਿਕਾਰਾਂ। ਦੇਖੋ ਵੀ ਕ੍ਰੋਧ ਆ ਰਿਹਾ ਹੈ, ਜਾਗਦੇ ਹੋਵੋਗੇ ਸੁਚੇਤ ਹੋਵੋਗੇ ਫਿਰ ਨਹੀਂ ਹੋਏਗਾ। ਹੰਕਾਰ ਆ ਰਿਹਾ ਹੈ, ਜਾਗਦੇ ਹੋਵੋਗੇ ਫਿਰ ਨਹੀਂ ਆਏਗਾ। ਕਿਉਂ? ਕਿਉਂਕਿ ਹਾਟੀ ਬਾਟੀ ਨੀਂਦ ਨਾ ਆਵੇ, ਪਰ ਕਰ ਚਿਤ ਨਾ ਡੁਲਾਈ, ਬਿਨ ਨਾਵੇਂ ਮਨ ਟੇਕ ਨਾ ਟਿਕੇ, ਨਾਨਕ ਭੂਖ ਨਾ ਜਾਈ। ਹੱਟ ਪੱਟਣ ਕਰ ਗੁਰੂ ਦਿਖਾਇਆ ਸਹਿਜੇ ਸਤ ਵਪਾਰੋ, ਖੰਡਿਤ ਨਿੰਦਰਾ ਅਸੀਂ ਨੀਂਦ ਤੋੜ ਲਈ ਜਾਗਦੇ ਹਾਂ, ਖੰਡਿਤ ਨਿੰਦਰਾ ਅਲਪ ਆਹਾਰੰ ਨਾਨਕ ਸਤ ਵਿਚਾਰੋ। ਅਸੀਂ ਸੰਤੋਖ ਵਿੱਚ ਰਹਿੰਦੇ ਹਾਂ। ਜਾਗੀਲੇ ਗੁਰ ਵਿਚਾਰ, ਗੁਰੂ ਦੀ ਵਿਚਾਰ ਦੇ ਵਿੱਚ ਜਾਗ ਜਾਂਦੇ ਨੇ, ਸੁਚੇਤ ਰਹਿੰਦੇ ਨੇ। ਜੇ ਸੁਚੇਤ ਰਹਿੰਦੇ ਨੇ, ਕ੍ਰੋਧ ਆਂਦਾ ਹੈ, ਹੰਕਾਰ ਆਂਦਾ ਹੈ, ਉਹ ਨਿਮਰਤਾ ਦੇ ਵਿੱਚ ਟਿਕ ਜਾਂਦੇ ਨੇ। ਨਿਮਰੀ ਭੂਤ ਸਦੀਵ ਪਰਮ ਪਿਆਰ, ਉਹ ਸਦਾ ਨਿਮਰਤਾ ਤੇ ਪਰਮ ਪਿਆਰ ਵਿੱਚ ਭਿੱਜੇ ਰਹਿੰਦੇ ਹਨ। ਕਹੋ ਕੀਰਤ ਕਲ ਸਹਾਰ, ਸਪਤ ਦੀਪ ਬੁਝਾਰ, ਲਹਿਣਾ ਜਗਤਰ ਗੁਰ ਪਰਸ ਮੁਰਾਰ। हे ਕਲ ਸਹਾਰ, ਕਲ ਸਹਾਰ ਦੇ ਰਾਰੇ ਨੂੰ ਤਾਂ ਔਂਕੜ ਨਹੀਂ ਆਈ ਕਿਉਂਕਿ ਇੱਥੇ ਸੰਬੋਧਨ ਹੈਗਾ ਵੈ। हे ਕਲ ਸਹਾਰ, ਕਹੋ ਮੈਨੇ ਤੂੰ ਕਹਿ, ਕੀਰਤ ਕੀਰਤੀ ਕਹਿ, ਰੱਬ ਦੀ ਸਿਫਤ ਕਹਿ। ਭਾਵ ਸਤਿਗੁਰੂ ਪਾਤਸ਼ਾਹ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਦੀ ਸਿਫਤ ਆਖ। हे ਕਲ ਸਹਾਰ, ਕੀਰਤੀ ਆਖ, ਸਿਫਤ ਆਖ। ਕੀਰਤ ਦੇ ਤੱਤੇ ਨੂੰ ਤਾਂ ਸਿਆਰੀ ਆਈ ਹੈ ਕਿਉਂਕਿ ਕੀਰਤ ਇਸਤਰੀ ਲਿੰਗ ਸ਼ਬਦ ਹੋਣ ਕਰਕੇ ਆਪਣੀ ਮੌਲਿਕ ਸਿਆਰੀ ਨਾਲ ਲੈ ਕੇ ਆਇਆ ਹੈ। ਜਿਵੇਂ ਉਤਪਤ, ਜੁਗਤ, ਇਸੇ ਤਰ੍ਹਾਂ ਹੀ ਕੀਰਤ, ਇਹ ਆਪਣੀ ਮੌਲਿਕ ਔਂਕੜ ਨਾਲ ਲੈ ਕੇ ਆਏ ਨੇ। ਜਦੋਂ ਹਿੰਦੀ ਚ ਲਿਖਿਆ ਜਾਂਦਾ ਹੈ ਉਦੋਂ ਕੀਰਤੀ ਸਿਆਰੀ ਨਾਲ ਪਾਇਆ ਜਾਂਦਾ ਹੈ। ਐਜ਼ ਇਟ ਇਜ਼ ਇਸਤਰੀ ਲਿੰਗ ਸ਼ਬਦ ਗੁਰਬਾਣੀ ਚ ਆ ਗਿਆ ਕੀਰਤ। ਜਿਵੇਂ ਭਗਤ, ਜਿੱਥੇ ਭਗਤੀ ਵਾਸਤੇ ਆਏਗਾ ਤੱਤੇ ਨੂੰ ਸਿਆਰੀ ਹੋਏਗੀ, ਉੱਥੇ ਭਗਤ। ਇਹ ਪਛਾਣ ਹੈਗੀ ਹੈ। ਕਹੋ ਕੀਰਤ ਕਲ ਸਹਾਰ, हे ਕਲ ਸਹਾਰ ਤੂੰ ਕੀਰਤ ਆਖ। ਸਪਤ ਦੀਪ ਮਝਾਰ, 7 ਦੀਪਾਂ ਦੇ ਵਿਚਕਾਰ, ਭਾਵ ਕੁੱਲ ਸੰਸਾਰ ਦੇ ਵਿੱਚ ਲੈਣਾ ਜਗਤ ਗੁਰ ਪਰਸ ਮੁਰਾਰ। ਮੁਰਾਰੀ ਰੂਪ ਜਗਤ ਦੇ ਗੁਰੂ ਗੁਰੂ ਨਾਨਕ ਪਾਤਸ਼ਾਹ ਨੂੰ ਪਰਸ ਕੇ ਭਾਈ ਲਹਿਣਾ ਜੀ ਦੀ ਸ਼ੋਭਾ ਸਾਰੇ ਸੰਸਾਰ ਵਿੱਚ ਪਸਰ ਰਹੀ ਹੈ। ਤੀਜਾ ਸਵਈਆ ਆਰੰਭ ਹੈ ਜੀ।
तै तो दृढ़ियो नाम अपार, विमल जास बिथार, साधिक सिद्ध सुजन जिया को आधार। तू तां जनिक राजा अवतार, शब्द संसार सार, रहें जगत्र जल पद्म विचार। कल्प तर रोग विदा, संसार ताप निवार, आत्मा त्रिबद तेरा एक लिवतार। कहो कीर्त कल सहार, सपत दीप मझार, लहना जगत्र गुरु पर सुमरा। तैं तो दृढ़ियो नाम अपार, तैं तो मैंने तू तां, दृढ़ियो मैंने दृढ़ किया है, नाम अपार। इत्थे नाम एक वचन पुलिंग होने करके औंकड़ सहित आया है, ते ओदा विशेषण अपार भी औंकड़ नाल आ गया है। तैं तो दृढ़ियो नाम अपार, भाव हे गुरु अंगद देव पातशाह, तुसी ते अकाल पुरख दे अपार नाम नूं अपने हिरदे च टिकाया होया है। ਉਹ नाम जिहदा पारावार नहीं है, ਉਹਦਾ नाम एक है, एक नाम ही अपार है। भाव नाम ਦਾ ਇੱਕ ਅੱਖਰ ਦਾ ਵੀ ਅੰਤ ਨਹੀਂ ਪੈ ਸਕਦਾ, ਉਹਦੇ ਨਾਮ ਦੇ ਕਿਣਕੇ ਦਾ ਵੀ ਅੰਤ ਨਹੀਂ ਪੈ ਸਕਦਾ। ਸਾਚੇ ਨਾਮ ਕੀ ਤਿਲ ਵਡਿਆਈ, ਆਖ ਥਕੇ ਕੀਮਤ ਨਹੀਂ ਪਾਈ। ਉਹਦੇ ਇੱਕ ਨਾਮ ਦੀ ਵੀ ਕੀਮਤ ਨਹੀਂ ਪੈ ਸਕਦੀ ਹੈਗੀ। ਉਹਦਾ ਇੱਕੋ ਨਾਮ ਇੱਕ ਨੂੰ ਨਹੀਂ ਤਾਰਦਾ, 2 4 10 20 ਹਜ਼ਾਰ ਨੂੰ ਨਹੀਂ ਤਾਰਦਾ, ਉਹਦਾ ਇੱਕੋ ਹੀ ਨਾਮ ਪੂਰੀ ਦੁਨੀਆ ਤਾਰ ਸਕਦਾ ਹੈ। ਤੇਰਾ ਏਕ ਨਾਮ ਤਾਰੇ ਸੰਸਾਰ, ਨਾਮ ਤੇਰਾ ਇੱਕੋ ਹੀ ਹੈ ਪਰ ਪੂਰੇ ਸੰਸਾਰ ਨੂੰ ਤਾਰ ਦਿੰਦਾ ਹੈ। ਤੇਰਾ ਏਕ ਨਾਮ ਤਾਰੇ ਸੰਸਾਰ ਮੈਂ ਇਹ ਆਸ ਇਹੋ ਆਧਾਰ। ਇੱਕੋ ਨਾਮ ਹੀ ਅਪਾਰ ਹੈ, ਇੱਕ ਨਾਮ ਦਾ ਹੀ ਅੰਤ ਨਹੀਂ, ਪਾਰਾਵਾਰ ਨਹੀਂ ਹੈ, ਪਰਲਾ ਬੰਨਾ ਨਹੀਂ ਹੈ। ਤੇ ਜੇ ਨਾਮ ਦਾ ਹੀ ਅੰਤ ਨਹੀਂ ਤੇ ਜਿਹਦੇ ਅੰਦਰ ਨਾਮ ਚਲਾ ਜਾਏ ਉਹਦਾ ਅੰਤ ਕੌਣ ਪਾ ਸਕਦਾ ਹੈ। ਜੇ ਨਾਮ ਦੇ ਕਿਣਕੇ ਦਾ ਅੰਤ ਨਹੀਂ ਤੇ ਜਿਹਦੇ ਅੰਦਰ ਕਿਣਕਾ ਵਸ ਜਾਏ, ਲੋਕ ਤੇ ਉਹਦੀ ਮਹਿਮਾ ਦਾ ਵੀ ਅੰਤ ਨਹੀਂ ਪਾ ਸਕਦੇ। ਕਿਣਕਾ ਏਕ ਜਿਸ ਜੀ ਵਸਾਵੇ, ਤਾਂ ਕਿ ਮਹਿਮਾ ਗਣੀ ਨਾ ਆਵੇ। ਜਿਹਦੇ ਅੰਦਰ ਕਣੀ ਵਸ ਜਾਂਦੀ ਹੈ ਉਹਦੀ ਮਹਿਮਾ ਦੀ ਵੀ ਗਿਣਤੀ ਨਹੀਂ ਹੋ ਸਕਦੀ। ਇਸ ਕਰਕੇ ਤੈਂ ਤੋਂ ਦ੍ਰਿੜਿਓ ਨਾਮ ਅਪਾਰ, ਤੁਸੀਂ ਇੱਕੋ ਨਾਮ ਅਪਾਰ ਜਿਹੜਾ ਬੇਅੰਤ ਹੈ ਉਹਨੂੰ ਆਪਣੇ ਹਿਰਦੇ ਵਿੱਚ ਟਿਕਾਇਆ ਹੋਇਆ ਹੈ। विमल जास विथार, विमल मैंने मल तो रहत, बी ਇਹਦਾ प्रीफिक्स हैगा अगेतर है बी, मल मैंने मैल, भाव मैल तो रहत निर्मल पवित्र, जास मैंने जस, विथार मैंने पसारा विस्तार। विमल विमल जास विस्तार, इतने विमल की बजाय विमल करना ज्यादा पाठ ठीक रहेगा। विमल मैंने मल तो रहत, भाव ਤੁਹਾਡੀ निर्मल शोभा फैली हुई है। जास मैंने जस, विथार मैंने विथारिया होया है, पसरिया होया है। साधिक सिद्ध सुजन जिया को आधार, भावें साधिक ने जिहड़े साधना कर रहे ने अजे, सिद्ध जिहड़े साधना कर चुके ने पुग गए ने, हुण सिद्ध हो गए ने। भावें साधना करने वाले होण, भावें साधना करके पुग चुके सिद्ध बन गए होण, सुजन भावें चंगे जन होण, गुरमुख जन नेक लोक होण, जियां को आधार, तू ते सारियां दे जीवां दा आसरा है। भाव की साधना करन वाले, की साधना विच पुग चुके ते की नेक लोक जिहड़े ने सारियां जीवां दा आसरा। ते सतगुरु पातशाह तू है, तू तां जनक राजा अवतार, शब्द संसार सार, रहें जगत्र जल पदम विचार। हे गुरु अंगद देव पातशाह, तू ते निर्लेपता विच राजे जनक दा अवतार है। भाव जिवें राजा जनक अपने दरबार दे विच, महलां दे विच, सोने चांदी विच, राज भाग विच, अपने ऐशो इश्ट पदार्थां दे विच भी ओह निर्लेप सी। इसे करके उन्होंने भगत दा खिताब दिता। भगत वड्डा राजा जनक है, गुरमुख माया विच उदासी। जिहड़ा मायाधारी दा मतलब ये नहीं जिहदे कोल 4 पैसे आ गए वो मायाधारी हो गया। मायाधारी दा मतलब जिन्हें माया नूं धारण कर लिया, जिहदी सोच विच माया टिक गई, जिन्हें सोच विच माया नूं धारण कर लिया, कर्मां विच माया नूं धारण कर लिया, बचनां विच माया नूं धारण कर लिया, वो है मायाधारी। हो सकता है कोई कखां दी कुल्ली च रहण वाला मायाधारी होवे, हो सकता है कोई महलां विच बैठा होया तख्त ते सिंघासन ते वो मायाधारी ना होवे। जिन्हें माया नूं धारण कीता वो मायाधारी है। ते राजा जनक ने माया नूं धारण नहीं कीता, वो माया विच बैठा है पर निर्लेप है।
ਇਸ ਕਰਕੇ ਭਗਤ ਵੱਡਾ ਰਾਜਾ ਜਨਕ ਹੈ। ਗੁਰਮੁਖ ਮਾਇਆ ਵਿੱਚ ਉਦਾਸੀ, ਉਹ ਮਾਇਆ ਵਿੱਚ ਰਹਿ ਕੇ ਨਿਰਲੇਪ ਹੈ, ਉਦਾਸ ਹੈ। ਤੇ ਜਿਹੜਾ ਮਾਇਆ 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 ਕਰੀ ਜਾਵੇ, ਭਾਵੇਂ ਉਹ ਝੋਂਪੜੀ 'ਚ ਬੈਠਾ ਹੋਵੇ, ਮਾਇਆਧਾਰੀ ਉਹ ਹੈ। ਪੈਸੇ ਆਉਣ ਨਾਲ ਕੋਈ ਮਾਇਆਧਾਰੀ ਨਹੀਂ ਬਣਦਾ, ਪੈਸਿਆਂ ਦੀ ਸੋਚ ਜਦੋਂ ਅੰਦਰ ਵਸ ਫਸ ਜਾਂਦੀ ਹੈ, ਉਦੋਂ ਮਾਇਆਧਾਰੀ ਬਣਦਾ ਹੈ। ਇਸੇ ਤਰ੍ਹਾਂ ਅੰਮ੍ਰਿਤ ਛਕਣ ਨਾਲ ਕੋਈ ਅੰਮ੍ਰਿਤਧਾਰੀ ਨਹੀਂ ਬਣ ਜਾਂਦਾ। ਜਦੋਂ ਅੰਮ੍ਰਿਤ ਦਾ ਸੰਚਾਰ ਅੰਦਰ ਹੋ ਜਾਂਦਾ ਹੈ, ਅੰਮ੍ਰਿਤ ਟਿਕ ਜਾਂਦਾ ਹੈ ਮਨ ਵਿੱਚ, ਬਚਨਾਂ ਵਿੱਚ, ਕਰਮਾਂ ਵਿੱਚ, ਉਦੋਂ ਅੰਮ੍ਰਿਤਧਾਰੀ ਹੁੰਦਾ ਹੈ। ਜਦੋਂ ਬਾਣੀ ਅੰਦਰ ਚਲ ਜਾਂਦੀ ਉਦੋਂ ਅੰਮ੍ਰਿਤਧਾਰੀ ਬਣਦਾ ਹੈ, ਕਿਉਂਕਿ ਬਾਣੀ ਅੰਮ੍ਰਿਤ ਹੈ ਨਾ। ਹਮਾਰੀ ਪਿਆਰੀ ਅੰਮ੍ਰਿਤਧਾਰੀ, ਗੁਰ ਨਿਮਖ ਨਾ ਮਨ ਤੇ ਟਾਰੀ ਵੇ। ਬਸ ਉਹ ਅੰਮ੍ਰਿਤ ਨਾਲ ਭਰਪੂਰ ਬਾਣੀ ਜਿਹਦੇ ਅੰਦਰ ਟਿਕ ਜਾਂਦੀ, ਜਿਹਦਾ ਜੀਵਨ ਮਨ ਬਚਨ ਕਰਮ ਦੇ ਵਿੱਚ ਬਾਣੀ ਰਾਹੀਂ ਝਲਕਦਾ ਹੈ, ਉਹ ਅੰਮ੍ਰਿਤਧਾਰੀ ਹੋ ਜਾਂਦਾ ਹੈ। ਇਸ ਕਰਕੇ हे ਗੁਰੂ ਅੰਗਦ ਦੇਵ ਪਾਤਸ਼ਾਹ, ਤੁਸੀਂ ਮਾਇਆ ਵਿੱਚ ਏਦਾਂ ਨਿਰਲੇਪ ਹੋ ਜਿਵੇਂ ਰਾਜਾ ਜਨਕ। ਤੁਸੀਂ ਰਾਜੇ ਜਨਕ ਦੀ ਤਰ੍ਹਾਂ ਮਾਇਆ ਵਿੱਚ ਰਹਿੰਦਿਆਂ, ਸੰਸਾਰ ਵਿੱਚ ਰਹਿੰਦਿਆਂ ਨਿਰਲੇਪ ਹੋ, ਕਿਉਂਕਿ ਭੱਟਾਂ ਵਰਗੀਆਂ ਦੀ ਬਰਾਦਰੀ ਵਿੱਚ ਇਹ ਸਮਝਿਆ ਜਾਂਦਾ ਸੀ, ਜਿਹਨੇ ਧਰਮੀ ਪੁਰਖ ਬਣਨਾ ਉਹਨੂੰ ਘਰ-ਬਾਰ ਛੱਡਣਾ ਪੈਣਾ ਹੈ, ਉਹਨੂੰ ਜੰਗਲ ਪਹਾੜ ਜਾਣਾ ਪੈਣਾ ਹੈ। ਪਰ ਜਦੋਂ ਗੁਰੂ ਅੰਗਦ ਦੇਵ ਪਾਤਸ਼ਾਹ ਨੂੰ ਦੇਖਦੇ ਨੇ ਤੇ ਵਿਆਹੇ ਹੋਏ ਨੇ, ਪਰਿਵਾਰ ਵਾਲੇ ਨੇ, ਇਹਨਾਂ ਦੇ ਤੇ ਬੱਚੇ ਵੀ ਹੈਗੇ ਨੇ, ਫਿਰ ਵੀ ਰੱਬ ਨਾਲ ਜੁੜੇ ਨੇ, ਤੇ ਹੈਰਾਨ ਹੋ ਜਾਂਦੇ ਨੇ, ਵਾਹ ਸਾਡੇ ਲਈ ਤੇ ਤੂੰ ਰਾਜਾ ਜਨਕ ਹੈ। ਅਸੀਂ ਉਹਦੇ ਬਾਰੇ ਸੁਣਿਆ ਵੀ ਉਹ ਮਾਇਆ ਵਿੱਚ ਰਹਿ ਕੇ, ਤਖਤ ਤੇ ਬਹਿ ਕੇ, ਮਹਿਲਾਂ ਵਿੱਚ ਰਹਿ ਕੇ ਨਿਰਲੇਪ ਸੀ। ਤੁਸੀਂ ਵੀ ਘਰ ਪਰਿਵਾਰ ਗ੍ਰਸਤ ਵਿੱਚ, ਸੰਸਾਰ ਵਿੱਚ ਰਹਿ ਕੇ ਨਿਰਲੇਪ ਹੋ। ਤੁਸੀਂ ਤੇ ਸਾਡੇ ਲਈ ਜਨਕ ਰਾਜੇ ਦੀ ਤਰ੍ਹਾਂ ਨਿਰਲੇਪ ਨਜ਼ਰ ਆਉਂਦੇ ਹੋ, ਅਵਤਾਰ ਹੋ। ਤੂੰ ਤਾਂ ਜਨਕ ਰਾਜਾ ਅਵਤਾਰ। हे ਗੁਰੂ ਅੰਗਦ ਦੇਵ ਪਾਤਸ਼ਾਹ, ਨਿਰਲੇਪਤਾ ਦੇ ਵਿੱਚ ਤੁਸੀਂ ਰਾਜੇ ਜਨਕ ਦੇ ਅਵਤਾਰ ਹੋ। ਭਾਵ ਜਿਵੇਂ ਰਾਜਾ ਜਨਕ ਮਾਇਆ ਵਿੱਚ ਰਹਿੰਦਾ ਨਿਰਲੇਪ ਰਹਿੰਦਾ ਸੀ, ਤੁਸੀਂ ਘਰ ਪਰਿਵਾਰ ਗ੍ਰਸਤ ਵਿੱਚ ਰਹਿੰਦਿਆਂ ਵੀ ਨਿਰਲੇਪ ਹੈਗੇ ਹੋ। ਤੂੰ ਤਾਂ ਜਨਕ ਰਾਜਾ ਅਵਤਾਰ, ਸ਼ਬਦ ਸੰਸਾਰ ਸਾਰ, ਰਹਿ ਜਗਤਰ ਜਲ ਪਦਮ ਵਿਚਾਰ। ਸ਼ਬਦ ਸੰਸਾਰ ਸਾਰ, ਸੰਸਾਰ ਦੇ ਰਾਰੇ ਨੂੰ ਸਿਹਾਰੀ ਆ ਗਈ, ਸੰਸਾਰ ਵਿੱਚ। ਸ਼ਬਦ ਮੈਨੇ ਤੁਹਾਡਾ ਸ਼ਬਦ ਜਿਹੜਾ ਹੈ, ਦੱਦੇ ਨੂੰ ਔਂਕੜ ਆ ਗਈ, ਤੁਹਾਡਾ ਸ਼ਬਦ। ਉਸ ਸ਼ਬਦ ਦੀ ਵਿਸ਼ੇਸ਼ਤਾ ਕੀ ਹੈ? ਉਹ ਹੈ ਸਾਰ, ਮੈਨੇ ਸ੍ਰੇਸ਼ਟ। ਸ਼ਬਦ ਇੱਕ ਵਚਨ ਪੁਲਿੰਗ ਔਂਕੜ ਨਾਲ ਆਇਆ, ਉਹਦਾ ਵਿਸ਼ੇਸ਼ਣ ਸਾਰ ਵੀ ਇੱਕ ਵਚਨ ਪੁਲਿੰਗ ਦੇ ਵਿਸ਼ੇਸ਼ਣ ਕਰਕੇ ਔਂਕੜ ਸਹਿਤ ਆ ਗਿਆ। ਸਾਰ ਸ਼ਬਦ ਭਾਵ ਸ੍ਰੇਸ਼ਟ ਸ਼ਬਦ। ਸੰਸਾਰ ਦੇ ਰਾਰੇ ਨੂੰ ਸਿਹਾਰੀ ਸੰਸਾਰ ਵਿੱਚ, ਭਾਵ ਸੰਸਾਰ ਵਿੱਚ ਤੁਹਾਡਾ ਸ਼ਬਦ ਸ੍ਰੇਸ਼ਟ ਹੈ। ਰਹੇ ਜਗਤਰ, ਤੁਸੀਂ ਰਾਜੇ ਜਨਕ ਦੀ ਤਰ੍ਹਾਂ ਏਦਾਂ ਜਗਤ ਵਿੱਚ ਰਹਿੰਦੇ ਹੋ, ਜਲ ਪਦਮ ਵਿਚਾਰ, ਜਿਵੇਂ ਜਲ ਵਿੱਚ, ਪਾਣੀ ਦੇ ਵਿੱਚ ਪਦਮ ਮੈਨੇ ਕਮਲ ਦਾ ਫਲ ਰਹਿੰਦਾ ਹੈ। ਇਸ ਕਰਕੇ ਜਲ ਦੇ ਲੱਲੇ ਨੂੰ ਔਂਕੜ ਨਹੀਂ ਆਈ, ਪਦਮ ਦੇ ਮੰਮੇ ਨੂੰ ਔਂਕੜ ਨਹੀਂ ਆਈ। ਜਲ ਵਿੱਚ ਪਦਮ ਦੀ ਤਰ੍ਹਾਂ, ਜਿਵੇਂ ਪਦਮ ਦੀ ਵਿਚਾਰ ਹੁੰਦੀ ਹੈ, ਜਿਵੇਂ ਜਲ ਵਿੱਚ ਕਮਲ ਦੇ ਫੁੱਲ ਦੀ ਵਿਚਾਰ ਹੁੰਦੀ ਹੈ, ਏਦਾਂ ਹੀ ਤੁਸੀਂ ਸੰਸਾਰ ਗ੍ਰਸਤ ਦੇ ਵਿੱਚ ਕਮਲ ਦੇ ਫੁੱਲ ਦੀ ਤਰ੍ਹਾਂ ਨਿਰਲੇਪ ਰਹਿੰਦੇ ਹੋ। ਕਲਪ ਤਰ ਰੋਗ ਵਿਦਾਰ, ਇਹਨੂੰ ਕਲ ਪੱਤਰ ਪੜ੍ਹਨਾ ਗਲਤ ਹੈਗਾ, ਕਲ ਪੱਤਰ ਨਹੀਂ, ਕਲਿਪ। ਕਲਿਪ ਨਾਮ ਹੈ ਰੁੱਖ ਦਾ, ਤੇ ਤਰ ਦਾ ਮਤਲਬ ਹੁੰਦਾ ਰੁੱਖ, ਦਰਖਤ। ਕਲਿਪ ਤਰ ਮੈਨੇ ਕਲਪ ਵ੍ਰਿਸ਼। ਕਲਪ ਇਸ ਕਰਕੇ ਨਾਮ ਹੈ ਕਿਉਂਕਿ ਇਹਦੀ ਖੂਬੀ ਮੰਨੀ ਗਈ ਹੈ ਵੀ ਜੋ ਕਲਪਨਾ ਕਰਾਂਗੇ ਉਹ ਹੀ ਦੇ ਦੇਗਾ। ਇਸ ਤਰ, ਇਸ ਰੁੱਖ ਦੇ ਥੱਲੇ ਖਲੋ ਕੇ ਜਿਹੜਾ ਵੀ ਕੋਈ ਕੁਛ ਮੰਗਦਾ ਵੈ ਉਹਨੂੰ ਉਹ ਮਿਲ ਜਾਂਦਾ ਹੈ। ਇੱਕ ਕਾਲਪਨਿਕ ਪੁਰਾਣਿਕ ਗਥਾਵਾਂ ਦਾ ਇਹ ਰੁੱਖ ਮੰਨਿਆ ਗਿਆ, ਜਿਹੜਾ ਮੰਨਿਆ ਜਾਂਦਾ ਵੀ ਸਵਰਗ 'ਚ ਲੱਗਿਆ ਹੋਇਆ ਹੈ। ਪਰ ਸਾਡੇ ਲਈ ਕਲਪ ਵ੍ਰਿਸ਼ ਕੌਣ ਹੈ? ਸਾਡੇ ਲਈ ਉਹ ਸਵਰਗ ਦਾ ਮਿੱਥਿਆ ਹੋਇਆ ਕਲਪ ਰੁੱਖ ਨਹੀਂ ਹੈ। ਭੱਟ ਆਖਦੇ ਨੇ, ਇਹ ਗੁਰੂ ਅੰਗਦ ਦੇਵ ਪਾਤਸ਼ਾਹ, ਸਾਨੂੰ ਲੱਭ ਗਿਆ ਕਲਪ ਰੁੱਖ, ਸਵਰਗ ਵਿੱਚ ਨਹੀਂ। ਤੁਸੀਂ ਹੀ ਸਾਡੇ ਕਲਪ ਰੁੱਖ ਹੋ, ਅਸੀਂ ਤੇ ਤੁਹਾਨੂੰ ਹੀ ਕਲਪ ਰੁੱਖ ਮੰਨਦੇ ਹਾਂ। ਅਬ ਜੋ ਤੁਹਾਡੇ ਤੋਂ ਮੰਗੀਏ ਸਾਨੂੰ ਪ੍ਰਾਪਤ ਹੋ ਜਾਂਦਾ ਵੈ, ਜੋ ਕਲਪਨਾ ਕਰੀਏ ਤੁਸੀਂ ਸਾਡੀ ਝੋਲੀ ਪਾ ਦਿੰਦੇ ਹੋ। ਇਸ ਕਰਕੇ ਕਲਪ ਤਰ ਰੋਗ ਵਿਦਾਰ, ਸਾਰੇ ਰੋਗਾਂ ਨੂੰ ਕੱਟਣ ਵਾਲੇ ਹੋ। ਰੋਗ ਬਹੁਤੇ ਨੇ, ਗੱਗੇ ਦੀ ਔਂਕੜ ਹਟ ਗਈ। ਤੁਸੀਂ ਸਾਰੇ ਰੋਗਾਂ ਨੂੰ, ਵਿਦਾਰ ਮੈਨੇ ਨਾਸ਼ ਕਰਨ ਵਾਲੇ ਹੋ। ਸੰਸਾਰ ਤਾਪ ਨਿਵਾਰ, ਸੰਸਾਰ ਦੇ ਤਾਪਾਂ ਨੂੰ ਦੂਰ ਕਰਨ ਵਾਲੇ ਹੋ। ਸੰਸਾਰ ਦੇ ਰਾਰੇ ਨੇ ਔਂਕੜ ਤਾਂ ਨਹੀਂ ਆਈ, ਅੱਗੇ ਦੇ ਲੁਪਤ ਸੰਬੰਧਕ ਆ ਗਿਆ। ਤਾਪ ਦੇ ਪੱਪੇ ਨੂੰ ਔਂਕੜ ਨਹੀਂ ਆਈ ਕਿਉਂਕਿ ਇੱਥੇ ਬਹੁਵਚਨ ਤਾਪ ਹੈ, ਜਿਹਨੂੰ ਅਸੀਂ ਕਹਿੰਦੇ ਆ ਆਦ, ਵਿਆਦ ਤੇ ਉਪਾਦ। ਇਹ ਤਿੰਨ ਤਾਪ ਮੰਨੇ ਗਏ। ਤੇ ਗੁਰੂ ਕੀ ਹੈ, ਸ਼ਬਦ ਬਾਣੀ ਕੀ ਹੈ? ਤੀਨੇ ਤਾਪ ਨਿਵਾਰਨਹਾਰਾ। ਪ੍ਰਭੂ ਦਾ ਨਾਮ ਤਿੰਨਾਂ ਤਾਪਾਂ ਦਾ ਨਾਸ਼ ਕਰ ਦਿੰਦਾ ਹੈ। हे ਗੁਰੂ ਅੰਗਦ ਦੇਵ ਪਾਤਸ਼ਾਹ, ਸੰਸਾਰ ਦੇ ਤਿੰਨਾਂ ਤਾਪਾਂ ਨੂੰ ਤੁਸੀਂ ਨਾਸ਼ ਕਰ ਦਿੰਦੇ ਹੋ। ਆਤਮਾ ਤ੍ਰਿਬਦ,
तेरा एक लिवतार आत्मा त्रिबद तिन्ना विधियां वाले तिन्ना किस्मां दे वाले आत्मा मैंने जीव इत्थे आत्मा जीवां वास्ते आया संसार वाले जीवां वास्ते वो जीव जिहड़े त्रिबद ने कोई रजोगुणी जीव ने कोई तमोगुणी जीव ने कोई सतोगुणी जीव ने त्रिबद मैंने तिन्ना विधियां वाले तिन्ना गुणा वाले जीव भावें कोई रजोगुणी मनुख होवे भावें कोई तमोगुणी मनुख होवे भावें कोई सतोगुणी होवे कोई भी तेरे कोल आ जाए तेरा एक लिवतार बस वो तेरे कोल आके एक रस लिव लाई रखते ने एक रस तार नाल जुड़े रहंदे ने हे गुरु अंगद देव पातशाह तू कल्प रुख है रोगां दे दूर करने वाला है संसार दे दुखां नूं निवृत्त करदा है सारे संसारी जीव त्रिवद तिन्ना विधियां वाले रजो तमोगुणी सतोगुणी जीव एक रस तेरे चरणों में लिव लाई बैठे हन आत्मा त्रिवद तेरे एक लिवतार कहो कीर्त कल सहार हे कल सहार कीर्ति कह कीर्ति आख सपत दीप मझार सत्तां दीपां दे विच पूरे संसार दे विच लहना जगत गुरु परस मुरार जगत गुरु गुरु नानक पातशाह नूं परस के भाई लहणे दी शोभा सत्तां दीपां च फैल रही है भाव कुल संसार विच गुरु अंगद देव पातशाह तुहाडी ही सिफत सलाह हो रही है। चौथा सवैया आरंभ है तैं तां हदरथ पायो मान सेविया गुर प्रवान साध अजगर जिन किया उन्मान हर हर दर्श समान आत्मावंत ज्ञान जानी अकल गत गुर प्रवान जाकी दृष्ट अचल ठान विमल बुद्ध सुथान पहर शील सन्ना शक्त बिदार बहु कीर्त कल सहा सपत दीप मझार लहना जगत्र गुरु पर समुरार तैं तां हदरत पायो मान हदरत मैंने हजूरी तो हथे नूं सियारी आ गई रात बन जाएगा तो हदरत तो भाव हजूरी तो मालक दे दर तो गुरु नानक दे दर तो पायो मान मान प्राप्त किया है तैं तां हदरत पायो मान तुसी गुरु नानक पातशाह दी हजूरी चो मान प्राप्त किया है। सचमुच भाई लैणे वर्गा मान भला किनू मिलेगा दुनिया च पूरे संसार के इतिहास में चुक के देख लो भाई लैणे वर्गा मान पहला अज तक किसी नूं नहीं सी मिलिया। गुरु सारी जिंदगी गुरु ही रहा ते चेला सारी जिंदगी चेला ही रहा। गुरु गुरु ही मरदा है ते चेला चेला बन के आखिरी साह कढ़ दिंदा है। पर गुरु नानक दे घर चाल उल्टी हो गई गुरु चेला बन के आखिरी साह छड़ रहे शरीर का ते चेला जिहड़ा गुरु बन रहा है। गुरु चेले नूं मत्था टेक के ओहदा गुरु चेला बन रहा अपने चेले का चेला बन रहा है ते अपने चेले नूं गुरु बना रहा है। आखिर हैरानी वाली गल से उल्टी गंग वहां हुन दुनियाई आखे के क्यों लोकां मूंह चुंगला पा लियां की हो गया पूछा होया की है कहलांगे देखो जी गुर चेले रहरास की गुरु ने चेले नूं मत्था टेक दिता और जिउंदे जी नानक सलामत थीमद है गुरु नानक पातशाह सलामत सी जिउंदे जी अपने चेले नूं मत्था टेक दिता। गुर चेले रहरास की नानक सलामत थीमद है शह टिक्का दितोस जीवद है जिउंदे जी गुरियाई दी जिम्मेवारी अगे सौंप दी जिउंदे जी गुरियाई का टिक्का ला दिता जिउंदे जी गुरता गद्दी बख्श दी। हैरानी वाली गल सी कि गुरु सिख दे पैरी पै के कवे अज तो बाद तू मेरा गुरु मैं तेरा चेला आपे गुरु चेला दी रीत गुरु नानक साहब जी ने आरंभ कर दी। नहीं तो भावें राजनीतिक तखत होवे भावें धार्मिक होवे कोई जिउंदे जी गद्दी नहीं छड्डदा। सादा संतां नूं ते मरिया नूं धू के लाना पैंदा गद्दी तो ते आले दुआले 20 चेले खड़े हुंदे ने धू के लाण वाले फिर जो ला दिंदे ने बाबे नूं नहीं लथदा मरे नूं धू के लांदे ने मुर्दे नूं लांदे ने जिउंदे जी कोई गद्दी नहीं छड्डदा मरदे नूं ला के फिर जिहड़े 20 चेले ने फिर वो आपस लड़दे ने मैं गद्दी ते बैठना दूजा कहंदा मैं बैठना। जिहड़ा सब तो ज्यादा गुंडा किस्म का बदमाश किस्म का हुंदा है लड़ाका वो फिर जित जाता है गद्दी ते कब्जा कर लैंदा है 19 रह जाते हैं जिहड़े 19 रह जाते हैं टिक के थोड़े बंदे ने फिर उस मरे बाबे के नां ते अपने 19 डेरे होर खड़े कर लेंदे ने 19 मर्यादा होर बन जांदियां ने एक बाबा मरदा ते 20 डेरे तैयार हो जाते हैं।
ਇੱਕ ਬਾਬਾ ਮਰਦਾ 20 ਨਵੀਆਂ ਮਰਿਆਦਾ ਆ ਜਾਂਦੀਆਂ ਨੇ, ਤੇ ਨਵੀਂ ਮਰਿਆਦਾ ਆਉਣ ਦਾ ਮਤਲਬ ਸਾਡੀ ਕੌਮ ਦਾ ਇੱਕ ਟੁਕੜਾ ਹੋਰ ਹੋ ਗਿਆ, ਹੋਰ ਵੱਡੀ ਪੈ ਗਈ। ਪਰ ਧੰਨ ਗੁਰੂ ਨਾਨਕ ਪਾਤਸ਼ਾਹ ਨੇ ਏਡਾ ਮਾਣ ਦਿੱਤਾ, ਆਪਣੇ ਸੇਵਕ ਨੂੰ ਗੁਰੂ ਬਣਾ ਲਿਆ, ਆਪ ਸੇਵਕ ਹੋ ਗਏ ਜਿਉਂਦੇ ਜੀ। ਇਹੀ ਮਾਣ ਗੁਰੂ ਅੰਗਦ ਦੇਵ ਪਾਤਸ਼ਾਹ ਨੇ ਬਾਬਾ ਅਮਰਦਾਸ ਜੀ ਨੂੰ ਦੇ ਦਿੱਤਾ। ਬਾਬੇ ਅਮਰਦਾਸ ਨੂੰ ਮੱਥਾ ਟੇਕ ਕੇ ਗੁਰੂ ਅਮਰਦਾਸ ਸਾਹਿਬ ਕਰ ਦਿੱਤਾ, ਆਪ ਸਿੱਖ ਬਣ ਗਏ। ਇਹੀ ਮਾਣ ਗੁਰੂ ਅਮਰਦਾਸ ਪਾਤਸ਼ਾਹ ਨੇ ਭਾਈ ਜੇਠੇ ਨੂੰ ਦੇ ਕੇ ਗੁਰੂ ਰਾਮਦਾਸ ਸਾਹਿਬ ਬਣਾ ਦਿੱਤਾ, ਆਪ ਸਿੱਖ ਬਣ ਗਏ। ਆਪੇ ਗੁਰਚੇਲਾ ਦੀ ਰੀਤ ਚਲਦੀ ਰਹੀ। ਬਸ ਤੈਂ ਤਾਂ ਹਦਰਤ ਪਾਇਓ ਮਾਣ, ਵਾਹ ਗੁਰੂ ਅੰਗਦ ਦੇਵ ਪਾਤਸ਼ਾਹ, ਤੁਸੀਂ ਤੇ ਗੁਰੂ ਨਾਨਕ ਦੀ ਹਜ਼ੂਰੀ ਵਿੱਚ ਉਹ ਮਾਣ ਪ੍ਰਾਪਤ ਕੀਤਾ ਹੈ ਕਿ ਸੇਵਿਆ ਗੁਰ ਪ੍ਰਵਾਨ। ਪ੍ਰਵਾਨ ਮੈਨੇ ਪ੍ਰਵਾਣਿਕ, ਮੰਨਿਆ ਪ੍ਰਮੰਨਿਆ। ਇੱਥੇ ਪ੍ਰਵਾਨ ਦੇ ਨਨੇ ਨੂੰ ਔਂਕੜ ਹੈਗੀ ਹੈ, ਇਸ ਕਰਕੇ ਪ੍ਰਵਾਣਿਕ ਗੁਰੂ ਨਾਨਕ ਨੂੰ ਸੇਵਿਆ ਹੈ। ਗੁਰ ਦੇ ਰਾਰੇ ਨੂੰ ਔਂਕੜ, ਤੇ ਇੱਥੇ ਗੁਰ ਦਾ ਵਿਸ਼ੇਸ਼ਣ ਆ ਗਿਆ ਪ੍ਰਮਾਣ। ਉਹ ਗੁਰੂ ਜਿਹੜਾ ਪ੍ਰਮਾਣਿਕ ਹੈਗਾ ਵੈ, ਜਿਹੜਾ ਆਥੈਂਟਿਕ ਹੈਗਾ ਵੈ, ਉਹ ਗੁਰੂ ਜਿਹੜਾ ਆਥੈਂਟਿਕ ਹੈਗਾ, ਪ੍ਰਮਾਣਿਕ ਹੈਗਾ ਵੈ, ਤੁਸੀਂ ਉਹਨੂੰ ਸੇਵਿਆ ਤੇ ਉਸ ਗੁਰੂ ਨਾਨਕ ਦੇ ਦਰ ਤੇ ਮਾਣ ਪ੍ਰਾਪਤ ਕਰ ਲਿਆ। ਔਰ ਇਹ ਨਾ ਸੋਚਿਓ ਤੇ ਇਹ ਤੁਕ ਜਿਹੜੀ ਗੁਰੂ ਨਾਨਕ ਸਾਹਿਬ ਦੇ ਨਾਲ ਹੀ ਹੁਣ ਅਰਥ ਪੂਰੇ ਕਰ ਚੁੱਕੀ, ਹੁਣ ਅੱਗੋਂ ਦਾ ਕੋਈ ਅਰਥ ਨਹੀਂ। ਨਹੀਂ, ਗੁਰੂ ਨਾਨਕ ਸਾਹਿਬ ਜੀ, ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਜੁਗੋ ਜੁਗ ਅਟਲ ਹੈ ਤੇ ਜੁਗੋ ਜੁਗ ਹੀ ਅਰਥ ਦਿੰਦੀ ਰਹੇਗੀ। ਇਹ ਨਹੀਂ ਵੀ ਉਦੋਂ ਅਰਥ ਮੁੱਕ ਗਏ, ਗੱਲ ਖਤਮ ਹੋ ਗਈ, ਅੱਜ ਇਸ ਤੁਕ ਦਾ ਕੋਈ ਮਹੱਤਵ ਨਹੀਂ ਰਹਿ ਗਿਆ। ਅੱਜ ਵੀ ਮਹੱਤਵ ਹੈ। ਅੱਜ ਵੀ ਜੇ ਸਿੱਖ ਗੁਰੂ ਦੇ ਦਰ ਤੇ ਝੁਕ ਜਾਏ ਤੇ ਗੁਰੂ ਸਿੱਖ ਨੂੰ ਵੀ ਮਾਣ ਦੇ ਕੇ ਆਪਣੇ ਵਰਗਾ ਗੁਰੂ ਕਰ ਲੈਂਦਾ ਹੈ। ਅੱਜ ਵੀ ਇਸ ਤੁਕ ਜਿਹੜੀ ਸਕਾਰਤ ਹੈ, ਅੱਜ ਵੀ ਕੋਈ ਇਹਨੂੰ ਆਪਣੀ ਜ਼ਿੰਦਗੀ 'ਚ ਕਮਾ ਸਕਦਾ ਵੈ। ਦੇਖੋ, ਚਾਹੇ ਈਸਟਰਨ ਪੈਗੰਬਰ ਹੋਏ ਨੇ, ਚਾਹੇ ਵੈਸਟਰਨ ਹੋਏ ਨੇ, ਇਹਨਾਂ ਸਾਰਿਆਂ ਨੇ ਆਪਣੀ ਉਮਤ ਨੂੰ ਆਪਣੇ ਅਧੀਨ ਰੱਖਿਆ। ਚਾਹੇ ਤੁਸੀਂ ਵੈਸਟਰਨ ਦੇਖ ਲਓ ਭਗਵਾਨ ਨੂੰ, ਉਹਨੂੰ ਪੁੱਛੋ ਆ ਤੁਹਾਡੇ ਚੇਲੇ ਕੀ ਨੇ, ਉਹ ਕਹਿੰਦਾ ਮੇਰੀਆਂ ਭੇਡਾਂ ਬੱਕਰੀਆਂ ਨੇ, ਮੈਂ ਇਹਨਾਂ ਨੂੰ ਚਾਰਨ ਆਇਆ ਵਾਂ। ਉਹ ਭੇਡਾਂ ਬੱਕਰੀਆਂ ਦੱਸਦੇ ਨੇ ਆਪਣੇ ਚੇਲਿਆਂ ਨੂੰ। ਬ੍ਰਾਹਮਣ ਨੂੰ ਪੁੱਛੋ ਵੀ ਇਹ ਤੁਹਾਡੇ ਚੇਲੇ ਕੌਣ ਨੇ, ਕਹਿੰਦਾ ਮੇਰੀਆਂ ਗਾਵਾਂ ਮੱਝਾਂ ਨੇ, ਮੈਂ ਇਹਨਾਂ ਨੂੰ ਚੋਣ ਆਇਆ ਵਾਂ। ਤੇ ਭਗਤ ਕਬੀਰ ਜੀ ਨੇ ਬੜਾ ਕਰੜਾ ਬਿਆਨ ਕੀਤਾ ਸੀ, ਕਹਿਣ ਲੱਗੇ ਕਾਹਦਾ ਤੂੰ ਸਾਡਾ ਮਾਲਕ, ਪੈਸੇ ਦੀ ਖਾਤਰ ਚੋ ਕੇ ਸਾਨੂੰ ਲੈ ਜਾਂਦਾ, ਪਰ ਕਦੀ ਪਾਰਲਾ ਬੰਦਾ ਦਿਖਾਇਆ ਨਹੀਂ। ਹਮ ਗੁਰੂ ਤੁਮ ਗਵਾਰ ਗੁਸਾਈ, ਅਸੀਂ ਤੇਰੀਆਂ ਗਾਵਾਂ ਵਾਂ, ਤੂੰ ਸਾਡਾ ਗਵਾਲਾ ਮੈਂ, ਚੋ ਕੇ ਲੈ ਜਾਂਦਾ, ਪਰ ਕਾਹਦਾ ਮਾਲਕ ਜੇ ਸਾਨੂੰ ਪਰਲਾ ਪਾਸਾ ਨਹੀਂ ਦਿਖਾਇਆ, ਰੱਬ ਵਾਲਾ ਪਾਸਾ ਨਹੀਂ ਦਿਖਾਇਆ। ਹਮ ਗੁਰੂ ਤੁਮ ਗਵਾਰ ਗੁਸਾਈ, ਜਨਮ ਜਨਮ ਰਖਵਾਰੇ, ਕਬੂ ਨਾ ਪਾਰ ਉਤਾਰ ਚੜਾਇਓ, ਕੈਸੇ ਖਸਮ ਹਮਾਰੇ। ਕਾਹਦੇ ਸਾਡੇ ਮਾਲਕ ਪਰਲਾ ਬੰਨਾ ਕਦੀ ਦਿਖਾਇਆ। ਬੱਕਰੀਆਂ, ਕਿਸੇ ਨੇ ਕਿਹਾ ਮੇਰੀ ਉਮਤ ਜਿਹੜੀ ਹੈ ਉਹ ਮੇਰੀਆਂ ਗਾਵਾਂ ਮੱਝਾਂ ਨੇ। ਗੁਰੂ ਸਾਹਿਬ ਨੂੰ ਪੁੱਛੋ, ਸਤਿਗੁਰੂ ਤੁਹਾਡੇ ਸਿੱਖ ਤੁਹਾਡੇ ਕੀ ਨੇ? ਤੁਹਾਡੇ ਸਿੱਖ ਤੁਹਾਡੀਆਂ ਗਾਵਾਂ ਮੱਝਾਂ ਨੇ ਜਾਂ ਭੇਡਾਂ ਬੱਕਰੀਆਂ ਨੇ? ਐਡਾ ਮਾਣ ਦੁਨੀਆ ਦੇ ਕਿਸੇ ਪੈਗੰਬਰ ਨੇ ਉਮਤ ਨੂੰ ਨਹੀਂ ਦਿੱਤਾ ਹੋਏਗਾ ਜਿੰਨਾ ਗੁਰੂ ਨੇ ਸਿੱਖ ਨੂੰ ਦਿੱਤਾ। ਉਹ ਸਿੱਖਾ ਤੂੰ ਮੇਰਾ ਰੂਪ ਹੈ, ਤੇਰੇ ਮੇਰੇ ਚ ਕੋਈ ਫਰਕ ਨਹੀਂ, ਤੂੰ ਗੁਰੂ ਹੈ, ਮੈਂ ਤੇਰਾ ਸਿੱਖ ਹਾਂ ਜੇ ਤੂੰ ਪ੍ਰਵਾਨ ਚੜਦਾ ਹੈ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਜ਼ਿਕਰ ਹੈ ਇਸ ਗੱਲ ਦਾ, ਗੁਰੂ ਸਿੱਖ, ਸਿੱਖ ਗੁਰੂ ਹੈ, ਇੱਕੋ ਗੁਰੂ ਉਪਦੇਸ਼ ਚਲਾਏ। ਗੁਰੂ ਸਿੱਖ ਹੈ ਤੇ ਸਿੱਖ ਗੁਰੂ ਹੈ। ਕਦੋਂ? ਸਿੱਖਾ ਜਿੱਦਣ ਤੂੰ ਪ੍ਰਵਾਨ ਹੋ ਜਾਏਗਾ, ਤੂੰ ਮੇਰਾ ਗੁਰੂ, ਮੈਂ ਤੇਰਾ ਸਿੱਖ ਵੀ ਬਣਨ ਨੂੰ ਤਿਆਰ ਹਾਂ, ਕਿਉਂਕਿ ਤੂੰ ਸਮਰੱਥ ਪ੍ਰਵਾਨ ਹੋ ਗਏ ਹੈ। ਐਡਾ ਮਾਣ ਗੁਰੂ ਨੇ ਦਿੱਤਾ। ਇਸ ਕਰਕੇ ਇਹ ਤੁਕ ਅੱਜ ਵੀ ਸਕਾਰਤ ਹੈ। ਅੱਜ ਵੀ ਕੋਈ ਗੁਰੂ ਨਾਨਕ ਪ੍ਰਵਾਨ ਦੇ ਦਰ ਨੂੰ ਸੇਵ ਲਵੇ ਤੇ ਗੁਰੂ ਨਾਨਕ ਦੇ ਦਰ ਤੇ ਮਾਣ ਹਾਸਲ ਕਰ ਲਏਗਾ। ਗੁਰੂ ਉਹਨੂੰ ਆਪਣਾ ਰੂਪ ਕਰ ਦੇਗਾ, ਆਪਣੇ ਵਰਗਾ ਕਰ ਦਿੰਦਾ ਹੈ। ਤੈਂ ਤਾਂ ਹਦਰਤ ਪਾਇਓ ਮਾਨ, ਇਹ ਗੁਰੂ ਅੰਗਦ ਦੇਵ ਪਾਤਸ਼ਾਹ ਤੁਸੀਂ ਗੁਰੂ ਨਾਨਕ ਦੀ ਹਜ਼ੂਰੀ ਚੋਂ ਮਾਣ ਪ੍ਰਾਪਤ ਕੀਤਾ। ਕਿਵੇਂ? ਸੇਵਿਆ ਗੁਰ ਪ੍ਰਮਾਣ, ਪ੍ਰਮਾਣਿਕ ਗੁਰੂ ਨਾਨਕ ਨੂੰ ਤੁਸੀਂ ਸੇਵਿਆ ਹੈ। ਸਾਧ ਅਜਗਰ ਜਿਨ ਕੀਆ ਉਨਮਾਨ, ਸਾਧ ਧੱਦੇ ਨੂੰ ਸਿਹਾਰੀ ਆ ਗਈ, ਸਾਧ ਕੇ ਕਾਬੂ ਕਰਕੇ, ਵਸ ਵਿੱਚ ਕਰਕੇ, ਅਜਗਰ, ਅਜਗਰ ਵਰਗੇ ਸੱਪ ਨੂੰ, ਮਨ ਨੂੰ, ਇੱਥੇ ਅਜਗਰ ਦਾ ਮਤਲਬ ਮਨ, ਇਸੇ ਕਰਕੇ ਰਾਰੇ ਨੂੰ ਔਂਕੜ ਆ ਗਈ। ਮਨ ਇੱਕ ਵਚਨ ਪੁਲਿੰਗ ਹੋਣ ਕਰਕੇ ਮਨ ਸਾਧ ਕੇ, ਮਨ ਕਾਬੂ ਕਰਕੇ, ਜਿਨ ਕੀਆ ਉਨਮਾਨ, ਜਿਨ ਨੰਨੇ ਨੂੰ ਸਿਹਾਰੀ ਆ ਗਈ, ਮੈਨੇ ਜਿਸ ਨੇ, ਜਿਸ ਨੇ ਉਨਮਾਨ ਮੈਨੇ ਮਨ ਉੱਚਾ ਕਰ ਲਿਆ। ਉਹ ਗੁਰੂ ਨਾਨਕ ਪਾਤਸ਼ਾਹ ਜਿਹੜੇ ਪ੍ਰਮਾਣਿਕ ਨੇ, ਜਿਨ੍ਹਾਂ ਨੇ ਮਨ ਅਜਗਰ ਨੂੰ ਸਾਧ ਕੇ ਉੱਚਾ ਕਰ ਲਿਆ। ਹਰ ਹਰ ਦਰਸ਼ ਸਮਾਨ, ਆਤਮਾਵੰਤ ਗਿਆਨ, ਹਰ ਹਰ ਦਰਸ਼ ਸਮਾਨ, ਜਿਨ੍ਹਾਂ ਦਾ ਦਰਸ਼ਨ ਹਰੀ ਦੇ ਸਮਾਨ ਹੈ। ਆਤਮਾਵੰਤ ਗਿਆਨ, ਆਤਮਾਵੰਤ ਮੈਨੇ ਤੂੰ ਆਤਮ ਗਿਆਨ ਵਾਲਾ ਹੈ,
ਅੰਦਰ ਦੇ ਗਿਆਨ ਵਾਲਾ ਹੈ। ਇਸ ਕਰਕੇ ਨੰਨੇ ਨੂੰ ਇੱਥੇ ਔਂਕੜ ਨਹੀਂ ਆਈ। ਭਾਵ ਉਹ ਗੁਰੂ ਨਾਨਕ ਪਾਤਸ਼ਾਹ ਜਿਨ੍ਹਾਂ ਨੇ ਅਸਾਧ ਮਨ ਨੂੰ ਸਾਧ ਕੇ ਉੱਚਾ ਕੀਤਾ ਹੋਇਆ ਹੈ, ਜਿਸ ਗੁਰੂ ਨਾਨਕ ਦੀ ਨਜ਼ਰ ਅਚਲ ਟਿਕਾਣੇ ਤੇ ਪਈ ਹੈ, ਜਿਸ ਗੁਰੂ ਦੀ ਬੁੱਧੀ ਨਿਰਮਲ ਹੈ, ਸ੍ਰੇਸ਼ਟ ਹੈ, ਨਿਰਮਲਤਾ ਵਾਲੇ ਸੁਭਾਅ ਵਾਲੇ ਹਨ। ਅਗਲੀ ਤੁਕ ਆ ਗਈ ਜੀ, ਜਾਣੀ ਅਕਲਗਤ ਗੁਰ ਪ੍ਰਵਾਨ। ਜਾਣੀ ਅਕਲਗਤ ਗੁਰ ਪ੍ਰਵਾਨ। ਜਾਣੀ मैंने तू जानी है। अकल, अकल मैंने ਜਿਹੜਾ ਇੱਕ ਰਸ ਭਰਪੂਰ ਹੈ, ਲਗਾਤਾਰ ਵਿਆਪਕ ਹੈ। ਗਤ मैंने ਅਵਸਥਾ, ਤੇ ਗਤ ਅਵਸਥਾ ਇਸਤਰੀ ਲਿੰਗ ਹੋਣ ਕਰਕੇ ਹਮੇਸ਼ਾ ਤੱਤੇ ਨੂੰ ਸਿਆਰੀ ਨਾਲ ਆਏਗਾ। ਗੁਰ ਪ੍ਰਵਾਨ, ਪ੍ਰਵਾਨ ਗੁਰੂ ਨਾਨਕ ਦਾ, ਗੁਰੂ ਨਾਨਕ ਦਾ ਪ੍ਰਵਾਨ। ਇੱਥੇ ਦਾ ਹੋਣ ਕਰਕੇ ਗੁਰ ਦੇ ਰਾਰੇ ਨੂੰ ਔਂਕੜ ਨਹੀਂ ਆਈ। ਭਾਵ ਜਿਸ ਗੁਰੂ ਨਾਨਕ ਦੀ ਨਜ਼ਰ ਅਚਲ ਟਿਕਾਣੇ ਤੇ ਟਿਕੀ ਹੈ, ਜਿਸ ਗੁਰੂ ਦੀ ਬੁੱਧੀ ਨਿਰਮਲ ਹੈ, ਸ੍ਰੇਸ਼ਟ ਥਾਂ ਤੇ ਲੱਗੀ ਹੋਈ ਹੈ। ਜਾ ਕੀ ਦ੍ਰਿਸ਼ਟ ਅਚਲ ਠਾਣ, ਜਿਹਦੀ ਦ੍ਰਿਸ਼ਟੀ, ਦ੍ਰਿਸ਼ਟੀ ਸੰਸਕ੍ਰਿਤ ਦਾ ਰੂਟ ਦਾ ਸ਼ਬਦ ਹੈ, ਟੈਂਕੇ ਦੀ ਸਿਆਰੀ ਮੌਲਿਕ ਨਾਲ ਆਈ ਹੈ। ਅਚਲ ਠਾਣ, ਅਟਲ ਟਿਕਾਣੇ ਤੇ, ਅਚਲ ਥਾਂ ਤੇ। ਬਿਮਲ ਬੁੱਧ ਸੁਤਾਨ, ਜਿਹਦੀ ਬੁੱਧ ਬਿਮਲ ਮੈਨੇ ਮੈਲ ਤੋਂ ਰਹਿਤ ਨਿਰਮਲ ਬੁੱਧੀ ਜਿਹੜੀ ਹੈ, ਜਿਨ੍ਹਾਂ ਦੀ ਨਿਰਮਲ ਬੁੱਧੀ ਹੈ, ਸ੍ਰੇਸ਼ਟ ਥਾਂ ਤੇ ਲੱਗੀ ਹੋਈ ਹੈ। ਸੁਥਾਨ ਪਹਿਰਸ਼ੀਲ ਸੰਨਾਹ ਸ਼ਕਤ ਵਿਦਾਰ, ਜਿਨ੍ਹਾਂ ਨੇ ਪਹਿਰ ਮੈਨੇ ਪਹਿਰ ਕੇ, ਪਹਿਨ ਕੇ, ਰਾਰੇ ਨੂੰ ਸਿਆਰੀ ਆ ਗਈ, ਨੇ ਦਾ ਅਰਥ ਆ ਗਿਆ। ਸ਼ੀਲ ਸੰਨਾਹ, ਸਨਾਹ ਕਹਿੰਦੇ ਨੇ ਜ਼ਿਲ੍ਹਾ ਬਖਤਰ ਨੂੰ, ਜਿਹਨੂੰ ਅਸੀਂ ਅੱਜ ਬੁਲਟ ਪ੍ਰੂਫ ਜੈਕਟ ਕਹਿ ਦਿੰਦੇ ਆ, ਜਿਹਨੂੰ ਅਸੀਂ ਸੰਜੋਗ ਕਹਿ ਦਿੰਦੇ ਆ, ਜਿਹਨੂੰ ਜ਼ਿਲ੍ਹਾ ਬਖਤਰ ਕਹਿ ਦਿੰਦੇ ਆ। ਸਨਾਹ ਦੇ ਬਹੁਤ ਸਾਰੇ ਨਾਮ ਨੇ। ਇਹ ਜੰਗਾਂ ਯੁੱਧਾਂ ਵੇਲੇ ਇਹ ਲੋਹੇ ਦਾ ਸੰਜੋਗ ਜਾਂ ਬੁਲਟ ਪ੍ਰੂਫ ਜੈਕਟ ਪਾਈ ਜਾਂਦੀ ਸੀ। हे ਸਤਿਗੁਰੂ ਪਾਤਸ਼ਾਹ, ਤੁਸੀਂ ਸ਼ੀਲ ਦੀ ਉੱਚੇ ਆਚਨ ਰੂਪੀ ਤੁਸੀਂ ਸਨਾਹ ਪਾਈ ਹੋਈ ਹੈ। ਨਿਮਰਤਾ ਵਾਲੇ ਸੁਭਾਅ ਦਾ ਸਨਾਹ ਪਹਿਨ ਕੇ ਮਾਇਆ ਦੇ ਪ੍ਰਭਾਵ ਨੂੰ ਨਾਸ਼ ਕੀਤਾ ਹੈ। ਸ਼ਕਤ ਵਿਦਾਰ, ਸ਼ਕਤ ਮੈਨੇ ਸ਼ਕਤੀ, ਮਾਇਆ ਇਸਤਰੀ ਲਿੰਗ ਆਪਣੀ ਮੌਲਿਕ ਸਿਆਰੀ ਸ਼ਕਤ ਤੱਤਾ ਨਾਲ ਲੈ ਕੇ ਆਇਆ ਹੈ। ਵਿਦਾਰ, ਰਾਰੇ ਨੂੰ ਸਿਆਰੀ ਆ ਗਈ, ਵਿਦਾਰ ਕੇ, ਨਾਸ਼ ਕਰਕੇ। ਭਾਵ ਤੁਸੀਂ ਮਾਇਆ ਦੇ ਪ੍ਰਭਾਵ ਨੂੰ ਨਾਸ਼ ਕੀਤਾ ਹੋਇਆ ਹੈ। ਕਹੋ ਕੀਰਤ ਕਲ ਸਹਾਰ, ਸਪਤ ਦੀਪ ਮਜਾਰ, ਲਹਿਣਾ ਜਗਤ ਗੁਰ ਪਰਸ ਮੁਰਾਰ। ਤੇ ਕਲ ਸਹਾਰ ਆਖ, ਕੀਰਤੀ ਆਖ, ਤੇ ਸਪਤ ਦੀਪ ਮਜਾਰ, ਕੁੱਲ ਸੰਸਾਰ ਦੇ ਵਿੱਚ ਲਹਿਣਾ ਜਗਤ ਗੁਰ ਪਰਸ ਮੁਰਾਰ। ਗੁਰੂ ਨਾਨਕ ਸਾਹਿਬ ਦੇ ਚਰਨਾਂ ਨੂੰ ਪਰਸ ਕੇ ਭਾਈ ਲਹਿਣੇ ਦੀ ਸ਼ੋਭਾ ਸਾਰੇ ਸੰਸਾਰ ਦੇ ਵਿੱਚ ਪਸਰ ਰਹੀ ਹੈ। ਭਾਵ ਕੁੱਲ ਸੰਸਾਰ ਵਿੱਚ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਦੀ ਸ਼ੋਭਾ ਪਸਰ ਰਹੀ ਹੈ। 4 ਸਵਈਆਂ ਦਾ ਪਾਠ ਆਪ ਜੀ ਨੇ ਸਰਵਣ ਕੀਤਾ ਹੈ। ਅਗਲੇ ਸਵਈਆਂ ਦੇ ਵਿਚਾਰ ਅਸੀਂ ਅਗਲੀ ਵਾਰ ਤੋਂ ਆਰੰਭ ਕਰਾਂਗੇ ਜੀ। ਹੋਈਆਂ ਬੇਅੰਤ ਭੁੱਲਾਂ ਖਿਮਾ ਕਰਨੀਆਂ। ਮੇਰੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।